ਸ਼ਮ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਦਿਨ ਹੈ ਸ਼ੁੱਕਰਵਾਰ, ਤਰੀਕ ਹੈ 15 ਮਈ। ਸ਼ਾਮ ਦੇ 5:30 ਹੋਏ ਨੇ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਪ੍ਰੋਗਰਾਮ ਸ਼ਮਾਦਾਨ ਤੁਹਾਨੂੰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 5:30 ਦੇ ਉੱਤੇ ਸੁਣਨ ਨੂੰ ਮਿਲਦਾ। ਇਸ ਪ੍ਰੋਗਰਾਮ ਦਾ ਮੁੜ ਪ੍ਰਸਾਰਨ ਰਾਤ ਨੂੰ 9:30 ਵਜੇ ਤੇ ਫਿਰ ਸਵੇਰੇ 4:30 ਵਜੇ ਹੁੰਦਾ। ਇਸ ਪ੍ਰੋਗਰਾਮ ਦੇ ਵਿੱਚ ਸਰਦਾਰ ਬਖਤੌਰ ਸਿੰਘ ਢਿੱਲੋਂ, ਸਰਦਾਰ ਜਸਵੀਰ ਸਿੰਘ ਭੱਟੀ ਤੇ ਪੰਜਾਬ ਤੋਂ ਸਾਡੇ ਪੱਤਰਕਾਰ ਸਾਹਿਬਾਨ ਤਾਜ਼ਾ ਤਰੀਨ ਖਬਰਾਂ ਲੈ ਕੇ ਜੁੜਦੇ ਨੇ। ਸੋ ਆਗਾਜ਼ ਕਰਦੇ ਹਾਂ ਜੀ ਅੱਜ ਦੀਆਂ ਅਹਿਮ ਖਬਰਾਂ ਦਾ ਤੇ ਫਿਰ ਸਰਦਾਰ ਬਖਤੌਰ ਸਿੰਘ ਢਿੱਲੋਂ ਨਾਲ ਚਰਚਾ ਕਰਾਂਗੇ। ਸਰਟੀਫਾਈਡ 9 ਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਦਸੂਹਾ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਮਰੀਜ਼ਾਂ ਨੂੰ ਡਿਸਚਾਰਜ ਕਰਕੇ ਘਰਾਂ ਵਿੱਚ ਇਕਾਂਤਵਾਸ ਦੇ ਨਿਯਮਾਂ ਦੀ ਪਾਲਣਾ ਕਰਨ ਬਾਰੇ ਹਦਾਇਤਾਂ ਕੀਤੀਆਂ ਗਈਆਂ ਨੇ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਹਜੂਰ ਸਾਹਿਬ ਤੋਂ ਆਈ ਸੰਗਤ ਨੂੰ ਵੀ ਘਰੋਂ ਘਰੀ ਭੇਜ ਦਿੱਤਾ ਗਿਆ। ਅੰਮ੍ਰਿਤਸਰ ਤੋਂ 2 ਵਿਸ਼ੇਸ਼ ਰੇਲ ਗੱਡੀਆਂ ਪੰਡੇਲ, ਪੱਛਮੀ ਬੰਗਾਲ ਅਤੇ ਅਮੇਠੀ ਲਈ ਰਵਾਨਾ ਹੋਈਆਂ ਨੇ, ਜਿਨ੍ਹਾਂ 'ਚ ਕਰਮਬਰ 980 ਤੇ 1200 ਮੁਸਾਫਿਰ ਸਵਾਰ ਸਨ। ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਪ੍ਰਵਾਸੀਆਂ ਨੂੰ ਸੁਰੱਖਿਅਤ ਰੇਲ ਯਾਤਰਾ ਲਈ ਸ਼ੁਭ ਕਾਮਨਾ ਦਿੰਦੇ ਹੋਏ ਸਰਬੱਤ ਦਾ ਭਲਾ ਟਰੱਸਟ ਵੱਲੋਂ ਦਿੱਤੇ ਮਾਸਕ ਵੀ ਵੰਡੇ। ਇਤਿਹਾਸਕ ਪਿੰਡ ਸੁਲਤਾਨ ਵਿੰਡੀ ਦੀ ਵਾਰਡ ਨੰਬਰ 3839 ਦੇ ਕਾਂਤਾ ਮਾਤਾ ਗੰਗਾ ਜੀ ਨਗਰ, ਕੋਟ ਮਿੱਤ ਸਿੰਘ ਖਾਲਸਾ ਨਗਰ ਤੇ ਹੋਰਾਂ 'ਚ ਰਾਸ਼ਨ ਨਾ ਮਿਲਣ ਕਰਕੇ ਇਲਾਕਾ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਹੋਰਨਾਂ ਲੀਡਰਾਂ ਵੱਲੋਂ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਤੁਹਾਨੂੰ ਦੱਸ ਦਈਏ ਕਿ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਜੋ ਮੈਂਬਰ ਪਾਰਲੀਮੈਂਟ ਵੀ ਰਹੇ ਨੇ, ਕੱਲ੍ਹ ਦੇਰ ਰਾਤ 11 ਵਜੇ ਉਹਨਾਂ ਦਾ ਚੰਡੀਗੜ੍ਹ ਦੇ ਫੋਰਟਿਸ ਹਸਪਤਾਲ ਦੇ ਵਿੱਚ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀਗਾ। ਅੱਜ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਬਾਦਲ ਵਿਖੇ ਕੀਤਾ ਗਿਆ। ਐਲਾਨ ਕੀਤਾ ਕਿ ਸਟੋਰ ਕਰਨ ਲਈ 50% ਦੀ ਸਬਸਿਡੀ ਆਪਰੇਸ਼ਨ ਗ੍ਰੀਨ 'ਚ ਬਾਕੀਆਂ ਸਬਜ਼ੀਆਂ ਨੂੰ ਵੀ ਦਿੱਤੀ ਜਾਏਗੀ ਤੇ ਮਧੂਮੱਖੀ ਪਾਲਣ ਲਈ 500 ਕਰੋੜ ਰੁਪਏ ਦਾ ਫੰਡ ਅਲੱਗ ਤੌਰ ਤੇ ਰੱਖਿਆ ਗਿਆ, ਜਦਕਿ ਪਸ਼ੂ ਪਾਲਣ ਲਈ 15,000 ਕਰੋੜ ਰੁਪਏ ਤੇ 4,000 ਕਰੋੜ ਹਰਬਲ ਦੇ ਵਿੱਚ ਹਜੂਰ ਸਾਹਿਬ ਤੋਂ ਆਏ ਸਿੱਖ ਸ਼ਰਧਾਲੂਆਂ ਨੂੰ ਹੋਰ ਬਾਹਰਲੇ ਰਾਜਾਂ ਤੋਂ ਆਏ ਵਿਅਕਤੀਆਂ ਨੂੰ 43 ਵਿਅਕਤੀਆਂ ਨੂੰ ਕਰੋਨਾ ਪੋਜ਼ੀਟਿਵ ਪਾਇਆ ਗਿਆ ਸੀ। ਇਹ ਬਠਿੰਡਾ ਦੇ ਸਰਕਾਰੀ ਹਸਪਤਾਲਾਂ ਵਿੱਚ ਜੇਰੇ ਇਲਾਜ ਸਨ। 21 ਸਿੱਖ ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਇਹ ਬਿਲਕੁਲ ਤੰਦਰੁਸਤ ਨੇ। ਸਿਹਤ ਵਿਭਾਗ ਵੱਲੋਂ ਇਹਨਾਂ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਹੈ। ਖਬਰਾਂ ਦੇ ਉੱਤੇ ਅੱਗੇ ਚਰਚਾ ਕਰਦੇ ਹਾਂ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਦੇ ਨਾਲ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਕੱਲ੍ਹ ਇੱਕ ਕਸ਼ਮੀਰੀ ਲੀਡਰ ਦੀ ਆਪਾਂ ਗੱਲ ਕੀਤੀ ਸੀ, ਹੁਣ ਇੱਕ ਕਸ਼ਮੀਰੀ ਨੌਜਵਾਨ ਵੱਲੋਂ IAS ਅਧਿਕਾਰੀ ਦੀ ਨੌਕਰੀ, ਬਤੌਰ IAS ਦੀ ਨੌਕਰੀ ਛੱਡ ਕੇ ਇੱਕ ਪਾਰਟੀ ਬਣਾਈ ਸੀ, ਨਾਂ ਸੀ ਉਹਦਾ ਸ਼ਾਹ ਫੈਜ਼ਲ। ਹੁਣ ਉਹਦੀ ਨਜ਼ਰਬੰਦੀ ਦਾ ਕੀ ਬਣਿਆ ਜੀ? ਬਿਲਕੁਲ ਜੀ, ਕੱਲ੍ਹ ਆਪਾਂ ਕੀਤੀ ਸੀ ਗੱਲ ਡਾਕਟਰ ਕਫੀਲ ਖਾਨ ਦੀ। ਜੀ, ਕਫੀਲ ਖਾਨ ਡਾਕਟਰ ਹੈ, ਡਾਕਟਰੀ ਦਾ ਫਰਜ਼ ਨਿਭਾਇਆ ਜੀ, ਪਰ ਉਹ ਅੰਦਰ ਇਸ ਕਰਕੇ ਗਿਆ ਕਿਉਂਕਿ ਉਹ ਘੱਟ ਗਿਣਤੀ ਦਾ ਸੀ। ਜੀ, ਅਜੇ ਉਸ ਖਬਰ ਦੀ ਸਿਆਹੀ ਨਹੀਂ ਸੁੱਕੀ ਸੀ ਤੇ ਦੂਜੀ ਆ ਗਈ। ਜੀ, ਇਹ ਵੀ ਇੱਕ ਘੱਟ ਗਿਣਤੀ ਭਾਈਚਾਰੇ ਦੇ ਨਾਲ ਹੈ ਸੰਬੰਧਿਤ ਜੀ, ਤੇ ਨਾਂ ਬੰਦੇ ਦਾ ਸ਼ਾਹ ਫੈਜ਼ਲ। ਸ਼ਾਹ ਫੈਜ਼ਲ ਕੋਈ ਸਧਾਰਨ ਵਿਅਕਤੀ ਨਹੀਂ ਜੀ। ਇਹ ਪਹਿਲਾ ਕਸ਼ਮੀਰੀ ਨੌਜਵਾਨ ਹੈ ਜਿਹੜਾ IAS ਦੇ ਵਿੱਚ ਸਿਲੈਕਟ ਹੋਇਆ ਸੀ। ਜੀ, ਇਕੱਲਾ ਸਿਲੈਕਟ ਨਹੀਂ ਹੋਇਆ, ਸਾਰੇ ਭਾਰਤ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਸੀ, ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਹੈ ਪਹਿਲਾ, ਜੀ, ਅੰਗਰੇਜ਼ੀ 'ਚ ਕਹਿੰਦੇ ਆ ਟੌਪਰ। ਇਹ ਟੌਪਰ ਸੀ। ਬੰਦੇ ਨੇ ਨੌਕਰੀ ਕੀਤੀ ਇੰਨੀ ਦ੍ਰਿੜਤਾ ਨਾਲ ਤੇ ਆਤਮ ਸਮਰਪਣ ਦੇ ਨਾਲ ਇਹਨੇ ਨੌਕਰੀ ਕੀਤੀ ਕਿ ਲੋਕ ਆਸ਼ਾਸ਼ ਕਰ ਉੱਠੇ ਸੀ। ਜੀ, ਜਿੱਥੇ ਵੀ ਉਹਨੇ ਨੌਕਰੀ ਕੀਤੀ ਲੋਕ ਕਹਿੰਦੇ ਸੀ ਕਿ ਜੇ ਕੋਈ DC ਹੋਵੇ, ਅਫਸਰ ਹੋਵੇ ਤਾਂ ਇਹੋ ਜਿਹਾ ਹੋਵੇ। ਜੀ। ਲੇਕਿਨ ਜਿਵੇਂ ਕਸ਼ਮੀਰ ਦੇ ਵਿੱਚ ਫਿਰ ਮਾਹੌਲ ਵਿਗੜਨਾ ਸ਼ੁਰੂ ਹੋਇਆ, ਜੀ, ਕਸ਼ਮੀਰ ਦੇ ਨਾਲ ਜ਼ਿਆਦਤੀਆਂ ਹੋਣੀਆਂ ਸ਼ੁਰੂ ਹੋਈਆਂ। ਭਾਵੇਂ ਕਿਹਾ ਤਾਂ ਇਹ ਗਿਆ ਕਿ ਉੱਥੇ ਲਾ ਐਂਡ ਆਰਡਰ ਦਾ ਮਾਮਲਾ, ਪਰ ਉੱਥੇ ਲਾ ਐਂਡ ਆਰਡਰ ਦਾ ਮਾਮਲਾ ਕਦੇ ਵੀ ਨਹੀਂ ਸੀ। ਜੀ, ਲਾ ਐਂਡ ਆਰਡਰ ਨਹੀਂ, ਸਗੋਂ ਇਹ ਇੱਕ ਉਹਨਾਂ ਦੇ ਵਿੱਚ ਬੇਗਾਨਗੀ ਦੀ ਭਾਵਨਾ ਹੈ। ਜੀ, ਇਹ ਇੱਕ ਸਿਆਸੀ ਮਾਮਲਾ ਹੈ। ਜੀ, ਤੇ ਸਿਆਸੀ ਮਾਮਲੇ ਦਾ ਇਲਾਜ ਹੈ ਜਿਹੜਾ ਉਹ ਵੀ ਸਿਆਸੀ ਹੁੰਦਾ ਹੈ। ਜੀ। ਸਿਆਸੀ ਮਾਮਲੇ ਦਾ ਇਲਾਜ ਕਦੇ ਡਾਂਗ ਨਹੀਂ ਹੋ ਸਕਦੀ।
ਕਦੇ ਗੋਲੀ ਨਹੀਂ ਹੋ ਸਕਦੀ। ਪਰ ਕਸ਼ਮੀਰ 'ਚ ਆਪਾਂ ਦੇਖਦੇ ਕੀ ਹਾਂ ਜੀ ਕਸ਼ਮੀਰ ਦੇ ਵਿੱਚ ਇਹ ਹੈ ਕਿ ਜੇ ਆਪਾਂ ਡੇ 1 ਤੋਂ ਦੇਖ ਲਈਏ 1948 ਦੇ ਵਿੱਚ ਕਸ਼ਮੀਰ ਸਾਡੇ ਨਾਲ ਜੁੜਿਆ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਦੇਖ ਲਈਏ ਕਿ ਬੰਦੇ ਮਰੇ ਕਿੰਨੇ, ਉਹ ਤਾਂ ਉਹ ਤਾਂ ਗਿਣਤੀ ਕੋਈ ਨਹੀਂ। ਮਨੁੱਖਤਾ ਦਾ ਨਾਸ ਕਿੰਨਾ, ਨੁਕਸਾਨ ਕਿੰਨਾ ਹੋਇਆ, ਉਹ ਕਸ਼ਮੀਰ ਦਾ ਹੋਇਆ ਜੀ। ਤੇ ਜੇ ਭਾਰਤ ਦਾ ਨੁਕਸਾਨ ਗਿਣਨਾ ਹੋਵੇ ਯੂਨੀਅਨ ਆਫ ਇੰਡੀਆ ਦਾ ਜੀ ਤਾਂ ਫਿਰ ਤੁਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਲਾ ਐਂਡ ਆਰਡਰ ਨੂੰ ਬਰਕਰਾਰ ਰੱਖਣ ਵਾਸਤੇ ਜੀ ਕਿੰਨਾ ਪੈਸਾ ਫੂਕਿਆ ਗਿਆ ਹੋਊ, ਕਿੰਨਾ ਬਰੂਦ ਫੂਕਿਆ ਗਿਆ ਹੋਊ, ਕਿੰਨਾ ਤੇਲ ਫੂਕਿਆ ਗਿਆ ਹੋਊ, ਪਤਾ ਹੀ ਨਹੀਂ ਜੀ। ਇਹਦਾ ਕੋਈ ਹਿਸਾਬ ਕਿਤਾਬ ਨਹੀਂ। ਤੇ ਕਿੰਨੀਆਂ ਸਾਡੇ ਜਵਾਨਾਂ ਦੀਆਂ ਜਾਨਾਂ ਜਿਹੜੀਆਂ ਆਰਮਡ ਫੋਰਸਸ ਦੇ, ਚਾਹੇ ਉਹ ਪੈਰਾਮਿਲਟਰੀ ਫੋਰਸ ਦੇ, ਚਾਹੇ ਉਹ ਮਿਲਟਰੀ ਦੇ, ਕਿੰਨੇ ਲੋਕ ਜਿਹੜੇ ਹੈਗੇ ਉਹਦੇ 'ਚ ਮਾਰੇ ਗਏ ਜੀ। ਹੁਣ ਭਾਵੇਂ ਉੱਥੇ ਧਾਰਾ 370 ਸਮਾਪਤ ਕਰਤੀ, 35 ਇਹ ਸਮਾਪਤ ਕਰਤੀ, ਪਰ ਕੰਮ ਤਾਂ ਉਵੇਂ ਹੀ ਚੱਲੀ ਕੰਮ ਉਵੇਂ ਚੱਲਦਾ ਨਹੀਂ। ਕੰਮ ਦਾ ਜਿਹੜਾ ਹੈਗਾ ਘਾਤਕ ਇੰਨਾ ਜ਼ਿਆਦਾ ਹੈ। ਆ ਪਿਛਲੇ ਦਿਨਾਂ ਦੇ ਵਿੱਚ ਹੀ ਤੁਸੀਂ ਦੇਖ ਲਓ ਕਿ ਕਰਨਲ ਤੇ ਮੇਜਰ ਜੀ ਰੈਂਕ ਦੇ ਅਫੀਸਰ ਆ ਜਿਹੜੇ, ਉਹਨਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਮੇਰੇ ਇੱਕ ਵਾਰੀ ਜਦੋਂ ਪੰਜਾਬ ਦੀ ਸਥਿਤੀ ਮਾੜੀ ਸੀ ਜੀ, ਆਪਣੇ ਨਾਲ ਪਿੰਡ ਹੈ ਜਗਾ ਰਾਮ ਤੀਰਥ ਜੀ, ਜਿੱਥੋਂ ਦੀ MLA ਬੀਬੀ ਬਲਜਿੰਦਰ ਕੌਰ, ਉੱਥੇ ਇੱਕ ਮੁਕਾਬਲਾ ਹੋਇਆ ਜੀ। ਮੁਕਾਬਲੇ ਦੇ ਵਿੱਚ 2 ਖਾੜਕੂ ਮਾਰੇ ਗਏ ਤੇ 2 ਮਾਰੇ ਗਏ ਸੀਗੇ ਕਮਾਂਡੋਸ। ਅੱਛਾ ਜੀ। ਲੇਕਿਨ ਜਿਸ ਘਰ ਦੇ ਵਿੱਚ ਮੁਕਾਬਲਾ ਹੋਇਆ ਸੀ ਧੱਕੇ ਨਾਲ ਉੱਥੇ ਪੁਲਿਸ ਵਾਲੇ ਖਾੜਕੂ ਬੜੇ ਸੀ। ਅੱਛਾ ਜੀ। ਪੁਲਿਸ ਵਾਲੇ ਉਹਨਾਂ ਦੇ ਮਗਰ ਵੜ ਗਏ, ਉਹਨਾਂ ਨੇ ਅੰਦਰ ਵੜ ਕੇ ਕੁੰਡਾ ਲਾ ਲਿਆ। ਪੁਲਿਸ ਵਾਲੇ ਉਹਨਾਂ ਨੂੰ ਅੰਦਰੋਂ ਕੱਢਣ ਵਾਸਤੇ ਤਾਂ ਤੋਂ ਛੱਤ ਪੱਟਣ ਲੱਗ ਗਏ ਜੀ। ਉਹਨਾਂ ਦੇ ਵਿੱਚੋਂ ਇੱਕ ਤਾਂ ਪਾਲਾ ਹੀ ਸੀ, ਬੀਬੀ ਬਲਜਿੰਦਰ ਕੌਰ ਦਾ ਚਾਚਾ ਸੀ, ਤੇ ਇੱਕ ਮੁੰਡਾ ਬਲਦੀਪ ਹੁੰਦਾ ਸੀ। ਪਾਲਾ ਉੱਠ ਕੇ ਬਾਹਰ ਨੂੰ ਭੱਜ ਪਿਆ, ਉਹਨੇ ਮੁਕਾਬਲਾ ਕੀਤਾ। ਪੈਰਾਮਿਲਟਰੀ ਫੋਰਸ ਦੇ ਜਿਹੜੇ 2 ਕਮਾਂਡੋ ਸੀ ਉਹ ਮਾਰੇ ਗਏ ਜੀ। ਬਲਦੀਪ ਨੂੰ ਗ੍ਰੇਨੇਡ ਸਿੱਟ ਕੇ ਮਾਰਤਾ। ਬਾਅਦ ਦੇ ਵਿੱਚ ਉੱਥੇ ਅਫਸਰ ਚਲੇ ਗਏ। ਜਦੋਂ ਅਫਸਰ ਚਲੇ ਗਏ ਤੇ ਅਫਸਰਾਂ ਨੇ ਜਾ ਕੇ ਹੁਕਮ ਦਿੱਤਾ ਜੀ। ਹੁਕਮ ਤੇ ਫਿਰ ਅਮਲ ਹੋਇਆ। 2 ਭਰਾ ਸੀ ਉਹ ਜੀ। ਦੋਨੋਂ ਭਰਾਵਾਂ ਨੂੰ ਫੜ ਲਿਆ, ਫੜ ਕੇ ਲੈ ਗਏ ਜੀ। ਲਿਜਾਣ ਤੋਂ ਬਾਅਦ ਇੱਕ ਨੂੰ ਛੱਡਤਾ ਰਾਹ ਚੋਂ, ਦੂਜੇ ਨੂੰ ਪਤਾ ਨਹੀਂ ਲੱਗਦਾ ਕਿੱਥੇ ਹੈ ਕਿੱਥੇ ਹੈ। ਜੀ। ਕੁਦਰਤੀ ਉਹ ਜਿਹੜੇ ਭਰਾ ਸੀ, ਉਹ ਮੇਰਾ ਇੱਕ ਮਿੱਤਰ ਹੈ, ਲੀਡਰ ਵੀ ਸੀ ਕਾਂਗਰਸ ਪਾਰਟੀ ਦਾ। ਅੱਛਾ ਜੀ। ਉਹਦੀ ਮਾਸੀ ਦੇ ਪੁੱਤ ਸੀ। ਅੱਛਾ। ਸੁਨੇਹਾ ਮੈਨੂੰ ਵੀ ਆ ਗਿਆ ਕਿ ਭਾਈ ਉੱਥੇ ਆ ਕੁਛ ਹੋ ਗਿਆ। ਅਸੀਂ ਪਤਾ ਲਾਇਆ, ਕੋਈ ਪਤਾ ਨਾ ਲੱਗੇ, ਪੁਲਿਸ ਥੋ ਭਲਾ ਹੱਥ ਨਾ ਫੜਾਵੇ। ਅਖੀਰ ਮੈਂ ਵੀ ਦੇਖਿਆ ਸੀ ਉਹ ਮੁੰਡਾ, ਕੱਦ ਕਾਠ ਸਾਰਾ ਹਿਸਾਬ ਕਿਤਾਬ। ਕੋਈ ਸੱਜਣ ਸੀ ਫਾਰਮਾਸਿਸਟ, ਮੈਂ ਉਹਨੂੰ ਕਿਹਾ ਵੀ ਤੂੰ ਜਾ ਕੇ ਉੱਥੇ ਦੇਖ। ਉਹ ਫਾਰਮਾਸਿਸਟ ਦੇਖਣ ਗਿਆ, ਉਹਨੇ ਆ ਕੇ ਸਾਰਾ ਕੁਝ ਦੱਸਦਾ ਵੀ ਉਹ ਮੁੰਡਾ ਤਾਂ ਮੁਕਾਬਲਾ ਬਣਾਇਆ ਪਿਆ ਜੀ, ਮਰਿਆ ਪਿਆ। ਮੇਰੇ ਉਹਨਾਂ ਦਿਨਾਂ ਦੇ ਵਿੱਚ ਚੋਣਾਂ ਹੋਈਆਂ ਸੀ, ਇਹ 92 ਦੀ ਗੱਲ ਹੈ। ਨਵੀਆਂ ਚੋਣਾਂ ਹੋਈਆਂ, MLA ਹੁੰਦਾ ਬਲਦੇਵ ਸਿੰਘ ਬਲਮਗੜ੍ਹ ਜੀ। ਮੇਰਾ ਮੇਰਾ ਉਹ ਮਿੱਤਰ ਸੀ, ਕੁਦਰਤੀ ਉਹ ਆ ਗਿਆ। ਕਹਿੰਦਾ ਕੀ ਗੱਲ ਹੈ? ਮੈਂ ਕਿਹਾ ਯਾਰ ਗੱਲ ਆ ਹੈ ਤੇ ਬੰਦਾ ਇਹਨਾਂ ਨੇ ਐਂ ਮਾਰਤੇ। ਉਹ ਕਹਿੰਦਾ ਚੱਲ SSP ਨਾਲ ਗੱਲ ਕਰੀਏ। ਅਸੀਂ SSP ਨਾਲ ਗੱਲ ਕਰਨ ਵਾਸਤੇ ਆਏ ਘਰੇ ਜੀ। SSP ਨੂੰ ਆ ਕੇ ਗੱਲ ਕੀ ਵੀ SSP ਸਾਹਿਬ ਤੁਸੀਂ ਐਂ ਬੰਦੇ ਮਾਰੀ ਜਾਂਦੇ ਹੋ, ਜਿਨ੍ਹਾਂ ਦੇ ਘਰ ਦੇ ਵਿੱਚ ਧੱਕੇ ਨਾਲ ਖਾੜਕੂ ਬੜੇ, ਉਹਨਾਂ ਵਿਚਾਰਿਆਂ ਦਾ ਕਸੂਰ ਕੀ ਹੈ? ਕੱਲੇ ਬੰਦੇ ਨਹੀਂ ਮਾਰੇ, ਉਹਨਾਂ ਦੇ ਜਿਹੜੇ ਸੀਗੇ ਪਸ਼ੂ, ਉਹਨਾਂ ਦੇ ਵੀ ਗੋਲੀਆਂ ਮਾਰ ਕੇ ਮਾਰਤੀਆਂ। ਅੱਛਾ ਜੀ। ਵੀ ਉਹਨਾਂ ਬੰਦਿਆਂ ਦਾ ਕਸੂਰ ਕੀ ਹੈ? ਤੇ SSP ਦਾ ਕੋਈ ਜਵਾਬ ਸਾਨੂੰ ਪਤਾ ਕੀ ਸੀ? मेरे 2 कमांडो मार दिए। कि जी उन्होंने तो नहीं मारे, उनके घर में तो मरे हैं ना, हमारे 2 मरे तो 2 तो मरेंगे ही ना। दसो 2 हालांकि खाड़कू मारे गए सी, 2 कमांडो मारे गए, 4 बंदे मारे गए, लेकिन घर का बंदा फड़ के मारे गया। कमांडो की इन्नी जी होंगी है अहमियत होंगी है जी। ते दिल अपना तुहाडे इत्थे तां किन्ने कमांडो मारे जा रहे हैं, एक जवान की कीमत किन्नी है। शाह फैजल इन्हां गल्लां तो औखा सी जी। शाह फैजल ने देखा कि मेरा कश्मीर जिन्हों जन्नत कहा जाता है वो मच रहा, सड़ रहा जी। मैं कोई ठंडे छिट्टे मारा। वो बंदे के दिमाग दे विच फुरना आया कि जिहड़ियां रवायती पार्टियां कुछ करदियां नहीं जी, ये अपनियां सिर्फ राजनीतिक रोटियां सेकदियां, आपां कुछ ना कुछ करिए। वो बंदे ने जी रिजाइन देता, चौकीदारे तो इस्तीफा नहीं दिंदा कोई जी। IAS ऑफिसर ने इस्तीफा देता। दसो ਅਸਤੀਫਾ ਦੇ ਕੇ ਉਹਨੇ ਬਣਾ ਲਈ ਪਾਰਟੀ ਆਪਦੀ। ਪਾਰਟੀ ਨੂੰ ਹੁੰਗਾਰਾ, ਤੁਹਾਨੂੰ ਪਤਾ ਵੀ ਜਿੱਥੇ ਮਿਲੀਟੈਂਸੀ ਹੋਵੇ, ਜਿੱਥੇ ਸਰਕਾਰੀ ਰਿਪਰੈਸ਼ਨ ਵੀ ਹੋਵੇ ਤੇ ਦੋਨੋਂ ਪਾਸਿਓਂ ਤਸ਼ੱਦਦ ਹੁੰਦਾ ਹੋਵੇ ਜੀ, ਉੱਥੇ ਹੁੰਗਾਰਾ ਲੋਕਾਂ ਦੀ ਹਾਲਤ ਕੀ ਹੁੰਦੀ ਹੈ? ਕਿਉਂਕਿ ਲੋਕਾਂ ਨੂੰ ਤਾਂ ਉੱਥੇ ਸਾਰੇ ਦੁਸ਼ਮਣ ਦਿਖਦੇ ਆ। ਬਿਲਕੁਲ ਜੀ ਬਿਲਕੁਲ। ਉੱਥੇ ਛੋਟੇ ਛੋਟੇ ਬੱਚੇ ਆ ਜਿਹੜੇ ਉਹ ਸਟੋਨ ਪੈਟਲਿੰਗ ਕਰਦੇ ਔਰ ਕਿਹਾ ਜਾਂਦਾ ਜੀ ਇਹਨਾਂ ਨੂੰ ਪੈਸੇ ਦੇ ਕੇ ਕਰਵਾਇਆ ਜਾਂਦਾ।
ਲੇਕਿਨ ਉੱਥੇ ਵਿਗਾਨਗੀ ਦੀ ਭਾਵਨਾ ਇੰਨੀ ਹੈ ਕਿ ਛੋਟੇ ਬੱਚਿਆਂ ਨੂੰ ਵੀ ਇਹ ਲੱਗਦਾ ਕਿ ਸਾਡੇ ਨਾਲ ਧੱਕਾ ਹੋ ਰਿਹਾ। ਤੇ ਤੁਹਾਡੇ ਧਿਆਨ ਚੋਣਾ ਇੱਕ ਵਾਰੀ ਤਾਂ ਇਹ ਹੋਇਆ ਸੀ ਕਿ ਪੱਥਰਬਾਜੀ ਤੋਂ ਬਚਣ ਲਈ ਇੱਕ ਕਸ਼ਮੀਰੀ ਨੌਜਵਾਨ ਨੂੰ ਜੋਗੇ ਦੇ ਮੂਹਰੇ ਜੀਪ ਦੇ ਅੱਗੇ ਬੰਨ ਲਿਆ ਸੀ। ਬੰਨ ਕੇ ਰੱਖੇ ਜੇ ਪੱਥਰ ਵੱਜਣਗੇ ਤਾਂ ਇਹਦੇ ਵੱਜਣਗੇ, ਸ਼ਾਇਦ ਸਾਨੂੰ ਨਾ ਮਾਰਨਗੇ ਜੀ। ਜਿੱਥੇ ਦੀ ਇਹ ਹਾਲਤ ਹੋਈ ਤੇ ਉੱਥੇ ਉਹਨਾਂ ਲੋਕਾਂ ਨੇ ਆਉਣਾ ਕਿੰਨਾ ਸੀ। ਸ਼ਾਹ ਫੈਜ਼ਲ ਦੀ ਪਾਰਟੀ ਨੂੰ ਕੋਈ ਬਹੁਤਾ ਹੁੰਗਾਰਾ ਨਾ ਮਿਲਿਆ। ਹਾਲਾਂਕਿ ਜਨਵਰੀ 2019 ਦੇ ਵਿੱਚ ਹੀ ਉਹਨੇ ਅਸਤੀਫਾ ਦਿੱਤਾ ਸੀ ਜੀ। ਚਲੋ ਉਹਨੇ ਚ ਕਸ਼ਮੀਰ ਦੇ ਹਾਲਾਤ ਤੇ ਬਣ ਗਏ ਕਿ ਕਸ਼ਮੀਰ ਹੀ ਨਾ ਰਿਹਾ, ਗੱਲ ਤਾਂ ਉਹ ਯੂਨੀਅਨ ਟੈਰੀਟਰੀ ਬਣ ਗਈ। ਔਰ ਯੂਨੀਅਨ ਟੈਰੀਟਰੀ ਨਹੀਂ ਬਣੀ ਇਕੱਲੀ, ਉੱਥੇ ਸਾਰਾ ਕੁਛ ਉਹਨਾਂ ਦਾ ਖਤਮ ਕਰਤਾ। ਉਹਨਾਂ ਦਿਨਾਂ ਦੇ ਵਿੱਚ ਸਾਰੇ ਕਸ਼ਮੀਰੀ ਹੈ ਜਿਹੜੇ ਉਹ ਅੱਗ ਬਬੂਲਾ ਹੋਏ ਸੀ ਜੀ, ਉਹ ਵਿਰੋਧ ਪ੍ਰਗਟ ਕਰਦੇ ਸੀ। ਵੱਡੇ ਵੱਡੇ ਲੀਡਰਾਂ ਨੂੰ ਫੜ ਕੇ ਬੰਦ ਕਰਨਾ ਸ਼ੁਰੂ ਕਰ ਦਿੱਤਾ। ਜਿਹੜੀ ਨੈਸ਼ਨਲ ਕਾਨਫਰੰਸ ਨੇ ਕਸ਼ਮੀਰ ਦਾ ਰਲੇਵਾਂ ਭਾਰਤ ਦੇ ਵਿੱਚ ਕਰਾਇਆ ਸੀ ਜੀ, ਉਹਦੇ ਦੋ ਵੱਡੇ ਆਗੂ ਫਾਰੂਕ ਅਬਦੁੱਲਾ ਤੇ ਉਮਰ ਅਬਦੁੱਲਾ ਦੋਨੇ ਸਾਬਕਾ ਮੁੱਖ ਮੰਤਰੀ ਫੜ ਕੇ ਉਹ ਤੁਨ ਤੇ ਜੀ। PDP ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਜਿਹਦੇ ਨਾਲ ਮਿਲ ਕੇ ਸਰਕਾਰ ਬਣਾਈ ਸੀ ਕੇਂਦਰ ਦੇ ਵਿੱਚ ਜੀ, BJP ਨੇ, ਉਹਦੀ ਮੁਖੀ ਮਹਿਬੂਬਾ ਮੁਫਤੀ ਉਹ ਅੰਦਰ ਦੇਤੀ। ਅਬਦੁੱਲਾ ਪਿਓ ਪੁੱਤ ਤਾਂ ਭਾਵੇਂ ਹੁਣ ਰਿਹਾ ਕਰਤੇ, ਪਰ ਮਹਿਬੂਬਾ ਮੁਫਤੀ ਹਾਲੇ ਵੀ ਅੰਦਰ ਹੈ। ਹੋਰ ਬਹੁਤ ਸਾਰੇ ਲੋਕ ਅੰਦਰ ਹੈ। ਇਹ ਜਿਹੜਾ ਸ਼ਾਹ ਫੈਜ਼ਲ ਸੀ, ਸ਼ਾਹ ਫੈਜ਼ਲ ਉਸ ਵੇਲੇ ਵਿਦੇਸ਼ ਨੂੰ ਜਾ ਰਿਹਾ ਸੀ ਜੀ। ਵਿਦੇਸ਼ ਨੂੰ ਜਾਣ ਵਾਸਤੇ ਆਪਣੇ ਘਰੋਂ ਨਿਕਲਿਆ। 13 ਤੇ 14 ਅਗਸਤ ਨੂੰ ਇਹ ਦਿੱਲੀ ਹਵਾਈ ਅੱਡੇ ਤੇ ਪਹੁੰਚ ਗਿਆ। ਅੱਛਾ ਜੀ। ਉੱਥੋਂ ਇਹਨੇ ਜਹਾਜ਼ ਫੜਨਾ ਸੀ ਤੇ ਹੁਕਮ ਹੋ ਗਿਆ ਕਿ ਇਹ ਨਾਂ ਦਾ ਬੰਦਾ ਹੈ, ਇਹਨੂੰ ਡਿਟੇਨ ਕਰ ਲਓ ਜੀ। ਬੰਦੇ ਨੂੰ ਹਵਾਈ ਅੱਡੇ ਤੇ ਡਿਟੇਨ ਕਰ ਲਿਆ। ਡਿਟੇਨ ਕਰਕੇ ਤੇ ਲਿਆ ਕੇ ਉਹਨੂੰ ਬੰਦ ਕਰਤਾ। ਕਾਹਦੇ 'ਚ ਜੀ? PSA, ਪਬਲਿਕ ਸਿਕਿਉਰਿਟੀ ਐਕਟ। ਅੱਛਾ। ਇੱਕ IAS ਅਫਸਰ ਤੋਂ ਪਬਲਿਕ ਨੂੰ ਖਤਰਾ ਹੈ, ਦੱਸੋ। ਉਹ ਐਕਟ ਲਾਤਾ। ਉਹ ਬੰਦਾ ਬੈਠਾ ਹੈ ਅੱਧ ਅਗਸਤ ਤੋਂ ਅੰਦਰ ਬੈਠਾ ਹੈ, ਔਰ ਉਦੋਂ ਤੋਂ ਲੈ ਕੇ ਉਹਦੀ ਜਿਹੜੀ ਨਜ਼ਰਬੰਦੀ ਵਧੀ ਜਾਂਦੀ ਹੈ ਲਗਾਤਾਰ ਹੀ। PSA ਦੀ ਜਿਹੜੀ ਹੈਗੀ ਹੈ ਮਿਆਦ, ਇਹ 2 ਸਾਲ ਤੱਕ ਹੋ ਸਕਦੀ ਹੈ ਜੀ, ਪਰ 3-3 ਮਹੀਨੇ ਕਰਕੇ ਵਧਾਈ ਜਾਂਦੀ ਹੈ। ਤਰੀਕਾ ਹੁਣ ਅਡਾਪਟ ਕੀਤਾ, ਹੁਣ 3 ਮਹੀਨੇ ਹੋਰ ਵਧਾਤੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਲੋਕ ਮੁੱਖ ਧਾਰਾ ਚੋਂ ਆਏ ਹੈ ਜੀ, ਮੁੱਖ ਧਾਰਾ ਦੇ ਬੰਦੇ ਹੈ, ਕਦੇ ਵੀ ਕੋਈ IAS ਆਫੀਸਰ ਅਸੀਂ ਦੇਖੇ ਆ, ਬਹੁਤ ਸਾਰੇ ਦਲਿਤ ਆਫੀਸਰ ਜਿਹੜੇ ਆਪਣੀਆਂ ਨੌਕਰੀਆਂ ਛੱਡ ਕੇ ਪੋਲਿਟਿਕਸ ਬਿਲਕੁਲ ਕਰਦੇ। ਬਹੁਤ ਸਾਰੇ ਜਿਹੜੇ ਹੈਗੇ ਸਾਡੇ ਆਪਰੇਸ਼ਨ ਬਲੂ ਸਟਾਰ ਹੋਇਆ, ਆਪਰੇਸ਼ਨ ਬਲੂ ਸਟਾਰ ਵੇਲੇ ਵੀ ਲੋਕਾਂ ਨੇ ਨੌਕਰੀਆਂ ਤੋਂ ਅਸਤੀਫੇ ਦਿੱਤੇ, ਬੜਿਆਂ ਨੇ ਦਿੱਤੇ ਜੀ। ਆਪਣੇ ਗੁਰਤੇਜ ਸਿੰਘ IAS ਸਾਡੇ ਸਾਹਮਣੇ। ਹੁਣ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਜੀ ਉਹਨੇ ਅਸਤੀਫਾ ਦਿੱਤਾ ਪ੍ਰੋਟੈਸਟ ਦੇ ਵਿੱਚ ਦਿੱਤਾ, ਅਫਸੋਸ ਆਪਣਾ ਰੋਸ ਦੇ ਵਜੋਂ ਦਿੱਤਾ। ਉਹਨਾਂ ਨੇ ਆਪਣਾ ਕੰਮ ਕਰਨਾ। IAS ਅਫਸਰ ਕਦੇ ਵੀ ਆਪਣੇ ਹੱਥ ਦੇ ਵਿੱਚ, ਜਿਹੜਾ ਸਿਵਲ ਅਫਸਰ ਆ, ਕੋਲੇ ਬੰਦੂਕ ਨਹੀਂ ਚੱਕਦਾ। ਉਹ ਆਪਣੀ ਕਲਮ ਦੇ ਨਾਲ ਗੱਲ ਕੁਛ ਕਹਿ ਸਕਦਾ ਹੈ, ਉਹ ਆਪਣੀ ਜ਼ੁਬਾਨ ਦੇ ਨਾਲ ਕਹਿ ਸਕਦਾ ਹੈ, ਪਰ ਗੱਲ ਹੈ ਵੀ ਪੀਪਲਜ਼ ਸਿਕਿਉਰਿਟੀ ਐਕਟ, ਜਨਤਾ ਦੀ ਸੁਰੱਖਿਆ ਵਾਲਾ ਐਕਟ, ਕਾਨੂੰਨ ਉਹ 'ਤੇ ਲਾਤਾ, ਉਹਨੂੰ ਅੰਦਰ ਦੇਤਾ। ਇਹ ਹੋ ਕੀ ਰਿਹਾ? ਗੱਲ ਜਾ ਕਿੱਧਰ ਨੂੰ ਰਹੀ ਹੈ? ਮਾਮਲਾ ਸੁਪਰੀਮ ਕੋਰਟ ਜਾਂਦਾ ਹੈ, ਉਹ ਕਹਿੰਦੇ ਠਹਿਰੋ, ਅਭੀ ਸੁਣਵਾਈ ਹੋਣੀ ਹੈ, ਕਿਉਂਕਿ ਉੱਥੇ ਸਰਕਾਰ ਜਾ ਕੇ ਬੇਨਤੀ ਕਰ ਲੈਂਦੀ ਜੀ, ਆਹ ਗੱਲ ਜੀ, ਆਹ ਗੱਲ। ਇਹ ਘੱਟ ਗਿਣਤੀਆਂ ਦੇ ਨਾਲ ਜੋ ਹੋ ਰਿਹਾ ਹੈ। 2 ਬੰਦੇ ਹੈ, ਕਫੀਲ ਖਾਨ ਡਾਕਟਰ ਹੈ, ਉਹਨੇ ਗੋਰਖਪੁਰ ਦੇ ਵਿੱਚ ਬੱਚਿਆਂ ਨੂੰ ਬਚਾਇਆ, ਮੋਢਿਆਂ ਤੇ ਸਿਲੰਡਰ ਚੱਕੇ ਜੀ, ਬੰਦੇ ਨੂੰ ਤੁਰਨਤਾ ਕਿ ਤੂੰ ਇਹਦਾ ਜ਼ਿੰਮੇਵਾਰ ਹੈ। ਪਤਾ ਲੱਗਿਆ ਜ਼ਿੰਮੇਵਾਰ ਇਹ ਤਾਂ ਨਹੀਂ ਸੀ। ਬੰਦਾ ਬਾਹਰ ਆ ਗਿਆ ਜੀ। ਬਾਹਰ ਆਉਣ ਤੋਂ ਬਾਅਦ ਨਾਗਰਿਕਤਾ ਬਿੱਲ ਦੇ ਖਿਲਾਫ ਉਹ ਬੰਦਾ ਬੋਲ ਪਿਆ, ਚੱਲ ਵੀ ਅੰਦਰ, ਜ਼ਮਾਨਤਾਂ ਹੋ ਗਈਆਂ, ਨਹੀਂ ਛੱਡਦੇ। ਉਹਦਾ ਪਰਿਵਾਰ ਫਿਰ ਅਦਾਲਤ ਦੇ ਵਿੱਚ ਜਾਂਦਾ, ਕਹਿੰਦੇ ਜੀ ਆਹ ਲਓ, ਇਹ ਤੇ ਲਾਤਾ ਨੈਸ਼ਨਲ ਸਿਕਿਉਰਿਟੀ ਐਕਟ, ਉੱਥੇ ਨੈਸ਼ਨਲ ਲਾਤਾ, ਇੱਥੇ ਲਾਤਾ ਪੀਪਲਜ਼ ਸਿਕਿਉਰਿਟੀ ਐਕਟ। ਕਿੱਧਰ ਨੂੰ ਜਾ ਰਹੀ ਹੈ ਗੱਲ? ਆਮ ਲੋਕ ਜੇ ਹੈਗੇ, ਜਿਹੜੇ ਆਮ ਲੋਕਾਂ ਨੂੰ ਤੁਸੀਂ ਟਾਰਗੇਟ ਕਰਨ ਲੱਗ ਗਏ, ਤਾਂ ਇਹ ਸਰਕਾਰਾਂ ਚਲਾਉਣ ਦਾ ਤਾਂ ਕੋਈ ਤੌਰ ਨਹੀਂ। ਜਿਵੇਂ ਹਾਲਾਤ ਲਗਾਤਾਰ ਦੇਖੀਏ ਕਿ ਇਹ ਤਾਂ ਆਪਾਂ ਕਸ਼ਮੀਰੀਆਂ ਦੀ ਗੱਲ ਕਰਦੇ, ਜੇਕਰ ਭਾਰਤ ਦੀ ਮੌਜੂਦਾ ਰਾਜਨੀਤਿਕ ਹਾਲਾਤ ਤੇ ਦੇਖੀਏ, ਆਮ ਗਰੀਬ ਦਾ ਤਾਂ ਵੱਟੇ ਹੀ ਕੁਛ ਨਹੀਂ ਵੱਟੀ ਦਾ ਕੁਛ। ਜੇਕਰ ਮੌਜੂਦਾ ਸਥਿਤੀ ਦੇਖੀਏ ਤਾਂ ਦੇਖੋ ਪ੍ਰਵਾਸੀਆਂ ਦੇ ਕੀ ਹਾਲਾਤ ਆ, ਪੈਰ ਪਾਟਨੇ ਨੇ, ਤੱਤੀ ਸੜਕ ਲੁੱਕ ਦੇ ਉੱਤੇ ਜਿੱਥੇ ਟਾਇਰਾਂ ਦੇ ਪੜਾਕੇ ਪੈ ਜਾਂਦੇ, ਉੱਥੇ ਪੈਰਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ, ਢਿੱਲ ਸਾਹਿਬ ਰੋਣ ਨਿਕਲਦਾ, ਰੋਣ। ਬਿਲਕੁਲ। ਘਰਾਂ ਨੂੰ ਜਾਂਦੇ ਲਾਸ਼ਾਂ 'ਚ ਤਬਦੀਲ ਹੋ ਰਹੇ ਹੈ। ਹੁਣ ਦੇਖੋ ਗੱਲ ਕੀ ਹੈ ਕਿ ਗਿਣਤੀ ਕਿੰਨੀ ਕੁ ਹੈ। ਕਿਸੇ ਨੇ ਅਜੇ ਤੱਕ ਇਹ ਨਹੀਂ ਦੇਖਿਆ ਸੀ ਕਿ ਕਿੰਨੇ ਕੁ ਲੋਕ ਹੈ। ਉਹ ਆਉਂਦੇ ਹੈ, ਆ ਕੇ ਆਪਣੇ ਕੰਮ ਧੰਦੇ 'ਚ ਲੱਗ ਜਾਂਦੇ ਆ ਪ੍ਰਵਾਸੀ ਮਜ਼ਦੂਰ। ਜ਼ਿਆਦਾਤਰ ਸਾਡੇ ਪੰਜਾਬ 'ਚ ਆਉਂਦੇ ਹੈ, ਹਰਿਆਣੇ 'ਚ ਆਉਂਦੇ ਹੈ, ਉੱਤਰੀ ਸੂਬਿਆਂ ਦੇ ਵਿੱਚੋਂ ਇੱਧਰ ਹੀ ਆਉਂਦੇ ਹੈ ਜੀ।
ਸਾਡੇ ਝੋਨੇ ਦੀ ਲੁਆਈ ਵੀ ਕਰਦੇ ਹੈ, ਕੰਸਟਰਕਸ਼ਨ ਦਾ ਕੰਮ ਵੀ ਕਰਦੇ ਹੈ, ਫੈਕਟਰੀਆਂ 'ਚ ਵੀ ਕਰਦੇ ਹੈ। ਬਹੁਤ ਸਾਰੇ ਲੋਕ ਉਹ ਹੈ ਜਿਹੜੇ ਆਪਣਾ ਕੰਮ ਆਪ ਚਲਾਉਂਦੇ ਹੈ, ਜੀ। ਸਵੈ ਨਿਰਭਰ ਹੈ। ਉਹ ਸਬਜ਼ੀ ਦੀਆਂ ਰੇਹੜੀਆਂ ਲਾਉਂਦੇ ਹੈ, ਉਹ ਰੱਦੀ ਦਾ ਕੰਮ ਕਰਦੇ ਹੈ, ਉਹ ਹਜਾਮਤਾਂ ਕਰਦੇ ਹੈ। ਉਹਨਾਂ ਨੇ ਪਾਨ ਸਿਗਟਾਂ ਦੀਆਂ ਰੇਹੜੀਆਂ ਲਾਈਆਂ ਹੋਈਆਂ, ਕਿਸੇ ਨੇ ਧੋਬੀ ਦਾ ਪ੍ਰੈਸ ਮਾਰਦਾ ਹੈ। ਇਹ ਸਾਰੇ ਕੰਮ ਉਹ ਕਰ ਰਹੇ, ਉਹਨਾਂ ਦੀ ਗਿਣਤੀ ਦਾ ਕੋਈ ਪਤਾ ਨਹੀਂ ਸੀ। ਹੁਣ ਤੁਸੀਂ ਦੇਖੋ ਸਾਡੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਕੋਲ ਜਾ ਕੇ ਜੀ, ਤੁਹਾਨੂੰ ਉੱਥੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਪ੍ਰਵਾਸੀ ਆਉਂਦੇ ਮਿਲਦੇ। ਅੱਛਾ ਜੀ। ਕੀ ਕਰਦੇ ਹੈ? ਕੱਲ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਲੈਣਾ ਆਏ ਹੋ? ਕਹਿੰਦੇ ਬਾਬੂ ਹਮ ਰਜਿਸਟਰ ਕਰਵਾਉਣਾ ਹੈ। ਦੱਸੋ। ਦੱਸਣ ਵਾਸਤੇ ਪੰਜਾਬ ਸਰਕਾਰ ਦਾ ਅੰਦਾਜ਼ਾ ਸੀ ਕਿ ਇੱਥੇ 8 ਲੱਖ ਬੰਦਾ ਹੋ ਸਕਦਾ ਹੈ। ਹੁਣ ਤੱਕ 10 ਲੱਖ ਰਜਿਸਟਰ ਹੋ ਗਿਆ। ਜਿਹੜੇ ਭੇਜ ਤੇ ਵੱਖਰੇ 10 ਲੱਖ ਰਜਿਸਟਰ ਹੋ ਗਿਆ, ਭੇਜੇ ਗਏ ਉਹਨਾਂ ਚੋਂ 10 ਲੱਖ ਰਜਿਸਟਰ ਹੋ ਗਿਆ ਤੇ ਲਾਈਨਾਂ ਟੁੱਟ ਨਹੀਂ ਰਹੀਆਂ ਰਜਿਸਟ੍ਰੇਸ਼ਨ ਕਰਾਉਣ ਵਾਲੀ। ਭੈ ਡਾਕਟਰ ਢਿੱਲੋਂ ਸਾਹਿਬ, ਜਿਹੜਾ ਭੈ ਪੈਦਾ ਕਰ ਦਿੱਤਾ ਗਿਆ ਨਾ ਮੀਡੀਆ ਨੇ ਵੀ ਕਰੇ ਜਾਓ ਇੱਥੇ ਪਤਾ ਨਹੀਂ ਕਿ ਜੇ ਕੁਛ ਕੱਲ ਮੈਂ ਸੁਣ ਰਿਹਾ ਸੀਗਾ ਰਿਫਾਈਨਰੀ ਵਾਲਿਆਂ ਦੀ ਨੌਕਰੀ ਹੈ, ਕੰਮ ਹੈ, ਪਰ ਡਰ ਇੰਨਾ ਹੋ ਗਿਆ ਕਿ ਘਰੇ ਜਾਣਾ ਪਊਗਾ। ਇੱਕ ਵਾਰੀ ਘਰੇ ਜਾ ਕੇ ਆਈਏ, ਮੂੰਹ ਦਿਖਾ ਆਈਏ, ਪਤਾ ਨਹੀਂ ਲਾਸ਼ ਸਾਡੀ ਉੱਥੇ ਪੁੱਜੂਗੀ ਕਿ ਨਹੀਂ ਪੁੱਜੂ, ਸਾਨੂੰ ਕੋਈ ਫੂਕੂ ਕਿ ਨਾ ਫੂਕੂ, ਇਹ ਡਰ ਪੈਦਾ ਹੋ ਗਿਆ। ਨਹੀਂ ਦੇਖੋ, ਕੁਦਰਤੀ ਹੈ, ਜਦੋਂ ਕੋਈ ਆਫਤ ਆਉਂਦੀ ਹੈ ਉਦੋਂ ਬੱਚਿਆਂ ਦਾ ਮੋਹ ਵੀ ਸਤਾਉਂਦਾ ਹੈ ਜੀ। ਜੇ ਚਲੋ ਕਿਸੇ ਦਾ ਬਾਲ ਬੱਚਾ ਇੱਥੇ ਹੈ, ਮਾਪਿਆਂ ਦਾ ਮੋਹ ਵੀ ਸਤਾਉਂਦਾ, ਬੰਦਾ ਭੱਜਦਾ ਹੈ ਜੀ ਕਿ ਮੈਂ ਮਾਪਿਆਂ ਦਾ ਪਤਾ ਲਵਾਂ, ਮੈਂ ਕਮਾਉਣਾ ਕਾਹਦੀ ਖਾਤਰ। ਮੇਰੇ ਯਾਦ ਹੈ ਇੱਕ ਵਾਰੀ ਸਾਡੇ ਇੱਕ ਸੱਜਣ ਸੀ ਦੁਆਬੇ ਦੇ ਪੱਤਰਕਾਰ ਹੈ, ਬਹੁਤ ਸੀਨੀਅਰ ਪੱਤਰਕਾਰ, ਅੱਜ ਕੱਲ੍ਹ ਇੱਥੇ ਹੈ ਹੀ ਨਹੀਂ। ਉਹਨਾਂ ਦੇ ਬਾਪ ਦੀ ਡੈਥ ਹੋ ਗਈ ਜੀ। ਉੱਥੇ ਇੱਕ ਆਗੂ ਨੂੰ, ਕਿਸਾਨ ਆਗੂ ਸੀ, ਉਹਨੂੰ ਬੁਲਾ ਲਿਆ ਵੀ ਤੁਸੀਂ ਲਓ ਜੀ, ਬੋਲੋ, ਭਾਸ਼ਣ ਕਰੋ। ਉਹ ਬੰਦੇ ਨੇ ਭਾਸ਼ਣ ਕੀਤਾ, ਦਾਨੇ ਵਾਲੀਆਂ ਸਭ ਅੱਖਾਂ ਖੋਲਤੀਆਂ ਜੀ। ਉਹ ਕਹਿੰਦਾ ਕਿਉਂਕਿ ਦੁਆਬੇ ਦੇ ਬਹੁਤੇ ਲੋਕ ਵਿਦੇਸ਼ਾਂ ਨੂੰ ਗਏ ਹੋਏ, ਉਹ ਕਹਿੰਦਾ ਵੀ ਗੱਲ ਇਹ ਵੀ ਅਸੀਂ ਪਹੁੰਚ ਕਿੱਥੇ ਗਏ ਹਾਂ ਜੀ, ਸਾਡੇ ਦੇਸ਼ ਦੀ ਹਾਲਤ ਕੀ ਹੈ। ਸਾਡੇ ਦੇਸ਼ ਦੇ ਵਿੱਚ, ਸਾਡੇ ਸੂਬੇ ਦੇ ਵਿੱਚ ਲੋਕਾਂ ਨੂੰ ਕਰਨ ਵਾਸਤੇ ਕੰਮ ਨਹੀਂ ਮਿਲਦਾ ਜੀ। ਉਹਨਾਂ ਕੋਲ ਐਜੂਕੇਸ਼ਨ ਵੀ ਹੈ, ਉਹਨਾਂ ਕੋਲ ਹਿੰਮਤ ਵੀ ਹੈ। ਦੁਨੀਆ ਦਾ ਕਿਹੜਾ ਦੇਸ਼ ਹੈ ਜਿੱਥੇ ਪੰਜਾਬੀ ਨਹੀਂ ਗਏ? ਉਹ ਕਿਹੜਾ ਦੇਸ਼ ਹੈ ਜਿੱਥੇ ਜਾ ਕੇ ਪੰਜਾਬੀਆਂ ਨੇ ਬੁਲੰਦੀ ਦੇ ਝੰਡੇ ਨਹੀਂ ਗੱਡੇ? ਹਾਂਜੀ। ਉਹ ਕਿਹੜਾ ਦੇਸ਼ ਹੈ ਜਿੱਥੇ ਜਾ ਕੇ ਪੰਜਾਬੀਆਂ ਨੇ ਆਪਣੀ ਮਨੁੱਖਤਾ ਦਾ ਇਜ਼ਹਾਰ ਨਹੀਂ ਕੀਤਾ ਜੀ? ਉਹ ਕਿਹੜਾ ਦੇਸ਼ ਹੈ ਜਿੱਥੇ ਜਾ ਕੇ ਪੰਜਾਬੀਆਂ ਨੇ ਲੰਗਰ ਦੀ ਪ੍ਰਥਾ ਦੇ ਰਹੀ ਲੋਕ ਸੇਵਾ ਨਹੀਂ ਕੀਤੀ? ਉਹਨਾਂ ਨੇ ਆਪਣੇ ਆਪ ਨੂੰ ਰਿਸਕ ਪਾ ਕੇ ਉਹਨਾਂ ਥਾਵਾਂ ਤੇ ਗਏ ਜਿੱਥੇ ਬੰਬ ਡਿੱਗਦੇ ਜੀ, ਜਿੱਥੇ ਤਰ੍ਹਾਂ ਦੀਆਂ ਮਹਾਮਾਰੀਆਂ ਫੈਲੀਆਂ ਹੋਈਆਂ, ਉੱਥੇ ਉਹ ਗਏ। ਕਾਰਨ ਕੀ ਹੈ ਕਿ ਉਹਨਾਂ ਨੂੰ ਜਾਣਾ ਕਿਉਂ ਪੈ ਰਿਹਾ? ਇਸ ਕਰਕੇ ਜਾਣਾ ਪੈ ਰਿਹਾ ਕਿ ਕੱਲ ਮੈਨੂੰ ਜੋਗਿੰਦਰ ਸਿੰਘ ਮੋਹੀ ਦਾ ਫੋਨ ਆ ਗਿਆ ਜੀ, ਬੜੇ ਬਜ਼ੁਰਗ ਆਪਣੇ ਲਿਸਨਰ ਹੈ, ਗੱਲਾਂ ਕਰਨ ਲੱਗ ਗਏ। ਕਹਿੰਦੇ ਯਾਰ ਜੀ ਕਰਦਾ ਹੈ ਕਿ ਕੁਦਰਤੀ ਹਵਾ ਲੱਗੀ ਜੀ। ਭਾਰਤ ਇੱਕ ਇਹੋ ਜਿਹਾ ਦੇਸ਼ ਹੈ ਜਿਸ ਦੇਸ਼ ਦੇ ਵਿੱਚ ਤੁਹਾਨੂੰ ਕੁਦਰਤ ਸਭ ਕੁਝ ਦੇ ਦਿੰਦੀ ਹੈ। ਇੱਥੇ ਠੰਡ ਵੀ ਹੈ, ਇੱਥੇ ਗਰਮੀ ਵੀ ਹੈ, ਇੱਥੇ ਤੁਹਾਨੂੰ ਬਨੌਟੀ ਪੁਣਾ ਦੀ ਕੋਈ ਲੋੜ ਨਹੀਂ ਹੈ ਜੇ ਤੁਸੀਂ ਚਾਹੋ ਤਾਂ। ਜੇ ਅਸੀਂ ਚਾਹੀਏ, ਚਲੋ ਹੁਣ ਸਾਡੇ 'ਚ ਥੋੜ੍ਹੀ ਜਿਹੀ ਆਰਾਮ ਪ੍ਰਸਤੀ ਆ ਗਈ ਜੀ, ਏਸੀ ਲਾ ਲਓ, ਲੇਕਿਨ ਏਸੀ ਲਾਉਣ ਦੀ ਲੋੜ ਨਹੀਂ। ਇੱਥੇ ਦਰਖਤਾਂ ਦੀਆਂ ਠੰਡੀਆਂ ਛਾਵਾਂ ਵੀ ਹੈਗੀਆਂ, ਉਹਦੇ ਨਾਲ ਵੀ ਸਰਦਾ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਇੱਥੇ ਹੁੰਦਾ ਕਿਉਂ ਨਹੀਂ ਜੀ? ਤਾਂ ਮੈਂ ਭਾਸ਼ਣ ਦੀ ਗੱਲ ਕਰਦਾ ਸੀ, ਉਹ ਬੰਦੇ ਨੇ ਭਾਸ਼ਣ ਕੀਤਾ, ਉਹ ਕਹਿੰਦਾ ਵੀ ਕਿੱਥੇ ਜਿਹੜੇ ਬੱਚੇ ਹੈ ਉਹ ਮਾਪਿਆਂ ਦੀ ਡਗੋਰੀ ਹੁੰਦੀ ਜੀ, ਉਹ ਆਖਰੀ ਸਮੇਂ ਦੇ ਸਹਾਰਾ ਬਣਦੇ ਹੈ। ਤੇ ਉਹਨੇ ਦੁਆਬੇ ਦੀ ਗੱਲ ਕੀਤੀ, ਕਹਿੰਦਾ ਵੀ ਦੁਆਬੇ ਦੇ ਵਿੱਚ ਹੋ ਕੀ ਰਿਹਾ? ਦੁਆਬੇ ਦੇ ਵਿੱਚ ਅਸੀਂ ਕਹਿੰਦਾ ਡਿਵੈਲਪਮੈਂਟ ਕਰਵਾ ਰਹੇ ਹਾਂ ਜੀ, ਸਾਡੇ ਪ੍ਰਵਾਸੀ ਆ ਕੇ ਇਨਵੈਸਟਮੈਂਟ ਕਰਦੇ ਹੈ। 2-3 ਪਿੰਡਾਂ ਦਾ ਉਹਨੇ ਨਾਂ ਲਿਆ, ਉਹ ਕਹਿੰਦਾ ਵੀ ਹੁਣ ਅਸੀਂ ਡਿਵੈਲਪਮੈਂਟ ਕਰਵਾਉਣੇ, ਕੀ ਕਰਵਾਉਣੇ ਆ ਜੀ? ਲਓ ਜੀ, ਕਹਿੰਦੇ ਮੁਰਦਾ ਦੇਹ ਸੰਭਾਲ ਕੇਂਦਰ ਬਣਾ ਦਿਓ ਜੀ। ਕਿਉਂ? ਕਿਉਂਕਿ ਪੁੱਤ ਧੀ ਜਿੱਥੇ ਨੌਕਰੀ ਕਰਦੇ ਹੈ, ਜਿਸ ਕੰਪਨੀ ਦੇ ਵਿੱਚ, ਉੱਥੋਂ ਛੁੱਟੀ ਨਹੀਂ ਮਿਲਦੀ ਜੀ। ਛੁੱਟੀ ਮਿਲਣੀ ਹੈ ਉਹਨਾਂ ਨੂੰ ਕਿ ਭਾਈ ਜੇ ਤੁਹਾਡਾ ਅਲਟਰਨੇਟ ਮਿਲੂਗਾ ਉਸ ਤੋਂ ਬਾਅਦ ਤੁਹਾਨੂੰ ਦੇਵਾਂਗੇ ਜੀ। ਉਹ ਆਪਣਾ ਕੰਮ ਕਰਦੇ ਹੈ, ਬਾਪ ਦੀ ਜਾਂ ਮਾਂ ਦੀ ਹੋ ਜਾਂਦੀ ਹੈ ਮੌਤ, ਤੇ ਅੰਤਮ ਸੰਸਕਾਰ ਦੇ ਵਿੱਚ ਉਹਦਾ ਸ਼ਾਮਲ ਹੋਣਾ ਵੀ ਉਹ ਚਾਹੁੰਦਾ। ਮਾਪੇ ਵੀ ਚਾਹੁੰਦੇ ਆ ਕਿ ਸਾਡੀ ਦੇਹ ਨੂੰ, ਉਹਨਾਂ ਦੀ ਸੇਵਾ ਕਾਲੀ ਤਾਂ ਗੱਲ ਦੂਰ ਗਈ, ਕਿ ਘੱਟੋ ਘੱਟ ਸਾਡੀ ਜਿਹੜੀ ਹੈ ਬਾਡੀ ਨੂੰ ਡਿਸਪੋਜ਼ ਆਫ ਤਾਂ ਕਰ ਦੇਣ। ਤੇ ਫਿਰ ਬਾਡੀ ਨੂੰ ਕਿੱਥੇ ਲੈ ਕੇ ਜਾਣਾ ਜੀ? ਸ਼ਮਸ਼ਾਨ ਘਾਟ 'ਚ। ਬਾਡੀ ਤਾਂ 24 ਘੰਟੇ ਤੋਂ ਬਾਅਦ ਸੜ ਜਾਂਦੀ ਹੈ, ਬਿਲਕੁਲ ਜੀ, ਬੁਰਾ ਹਾਲ ਹੋ ਜਾਂਦਾ। ਫਿਰ ਉਹ ਕਹਿੰਦੇ ਵੀ ਜਿਹੜੇ ਦੇਹ ਸੰਭਾਲ ਘਰ ਬਣਾਏ ਹੋਏ ਹੈ, ਇਹ ਅਸੀਂ ਕਿਹੜੀ ਅਸੀਂ ਜਾ ਕਿੱਧਰ ਨੂੰ ਰਹੇ ਹਾਂ ਜੀ? ਸਾਡੀ ਇਸ ਕਰਕੇ ਦਾਨੇ ਵਾਲੀਆ ਸਾਹਿਬ ਜਿਹੜੀ ਆਪਾਂ ਕਹਿੰਦੇ ਉਹਨਾਂ 'ਚ ਭੈ ਪੈਦਾ ਹੋ ਗਿਆ। ਜਿਹੜਾ ਮੋਹ ਹੈ, ਸਨੇਹ ਕੇ ਜਿਉਂਦੇ ਜੀ ਕਿ ਟੋਕਟ ਉਹਨਾਂ ਦੇ ਦਰਸ਼ਨ ਤਾਂ ਕਰ ਲਈਏ ਜੀ, ਆਪਾਂ ਦੇਖ ਤਾਂ ਲਈਏ, ਉਹ ਉਸ ਪਾਸੇ ਨਹੀਂ ਜਾਂਦੇ। ਪਰ ਜੇ ਆਪਾਂ ਦੇਖੀਏ ਕਿ ਸਾਡੀ ਆਰਥਿਕਤਾ ਦੇ ਵਿੱਚ ਉਹਨਾਂ ਦਾ ਯੋਗਦਾਨ ਕੀ ਹੈ ਜੀ,
ਮੈਨੂੰ ਇਹ ਦੱਸੋ ਵੀ ਜਿਹੜੇ ਵੱਡੀਆਂ ਵੱਡੀਆਂ ਬਿਲਡਿੰਗਾਂ ਬਣੀਆਂ ਪਈਆਂ ਸਾਡੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਬਣਿਆ ਹੋਇਆ ਹੈ, ਸਾਡੇ ਪਾਰਲੀਮੈਂਟ ਦੀ ਨਵੀਂ ਇਮਾਰਤ ਬਣਾਉਣ ਦੀ ਗੱਲ ਚੱਲ ਰਹੀ ਹੈ। ਅੱਛਾ ਜੀ। ਕਿੱਡੀਆਂ ਕਿੱਡੀਆਂ ਬਿਲਡਿੰਗਾਂ ਪੁਲ ਵਗੈਰਾ ਬਣ ਰਹੇ ਹੈ। ਇਹਨਾਂ ਪੁਲਾਂ ਦੇ ਵਿੱਚ ਕੰਮ ਕੌਣ ਕਰਦਾ ਹੈ ਜੀ? ਇਹ ਕੰਸਟਰਕਸ਼ਨ ਦੇ ਕੰਮਾਂ 'ਚ ਮਜ਼ਦੂਰ ਕਰਦੇ। ਮਜ਼ਦੂਰ ਹੁਣ ਸਾਡੇ ਕੋਲੇ ਤਾਂ ਇੱਥੇ ਹੁਣ ਇਕੱਲੇ ਆਪਣੇ ਆਪ 'ਚ ਹੀ ਆਪਾਂ ਤੁਰੇ ਫਿਰਦੇ ਹਾਂ। ਕੱਲ ਨੂੰ ਔਲਾਦਾਂ ਜਿਹੜੀਆਂ ਹੈਗੀਆਂ, ਕੋਈ ਕਿਤੇ ਜਾ ਕੇ ਸੈਟਲ ਹੋ ਗਿਆ, ਕੋਈ ਕਿਤੇ ਜਾ ਕੇ ਸੈਟਲ ਹੋ ਗਿਆ, ਸੰਭਾਲਣ ਵਾਲਾ ਕੋਈ ਨੂੰ ਕੰਮ ਕਰਨ ਵਾਸਤੇ ਸਾਨੂੰ ਬੰਦੇ ਬਾਹਰੋਂ ਲਿਆਉਣੇ ਪੈਂਦੇ। ਝੋਨਾ ਲਾਉਣ ਵਾਸਤੇ ਇਸ ਵੇਲੇ ਕ੍ਰਾਈਸਿਸ ਹੋਇਆ ਪਿਆ ਕਿ ਜੀ ਪ੍ਰਵਾਸੀ ਮਜ਼ਦੂਰ ਗਏ, ਕਿਤੋਂ ਲਵਾਵਾਂਗੇ। ਆਪਾਂ ਇਸ ਗੱਲ ਦੇ ਉੱਤੇ ਥੋੜਾ ਜਿਹਾ ਸੰਤੁਸ਼ਟੀ ਵੀ ਪ੍ਰਗਟ ਕੀਤੀ ਸੀ ਵੀ ਚਲੋ ਜਿਹੜੀ ਹੈਗੀ ਹੈ ਫਸਲੀ ਵਿਭਿੰਨਤਾ ਸ਼ੁਰੂ ਹੋਊਗੀ, ਝੋਨੇ ਤੋਂ ਖਹਿੜਾ ਛੁੱਟੂਗਾ, ਅਸੀਂ ਨਰਮੇ ਵਾਲੇ ਪਾਸੇ ਨੂੰ ਆਵਾਂਗੇ। ਪਰ ਉਹ ਗੱਲ ਨਹੀਂ ਹੁੰਦੀ। ਹੁਣ ਅਗਲੀ ਗੱਲ ਇਹ ਹੈ ਕਿ ਪ੍ਰਵਾਸੀ ਮਜ਼ਦੂਰ ਜਾਂਦੇ ਹੈ, ਪ੍ਰਵਾਸੀ ਮਜ਼ਦੂਰਾਂ ਨੂੰ ਕਿੰਨੀਆਂ ਦੁਸ਼ਾਵਰੀਆਂ ਦਾ ਸਾਹਮਣਾ ਕਰਨਾ ਪੈਂਦਾ। ਪਹਿਲਾਂ ਤਾਂ ਇਕੱਲੇ ਪੈਰ ਫੜਦੇ ਸੀ, ਹੁਣ ਲਾਸ਼ਾਂ 'ਚ ਕੀ ਤਬਦੀਲ ਹੁੰਦੇ ਆ। ਜਿਹੜੇ ਅੰਕੜੇ ਕੱਲ ਦੇ, ਅੱਛਾ ਜੀ, ਇੱਕ ਦਿਨ ਦੇ ਅੰਕੜੇ ਕੀ ਦਰਸਾਉਂਦੇ ਹੈ? ਉਹ ਇਹ ਦਰਸਾਉਂਦੇ ਹੈ ਕਿ 10 ਬੰਦੇ ਮਰ ਗਏ ਜੀ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਗੂਨਾ ਹੈ ਜੀ, ਗੂਨਾ ਸ਼ਹਿਰ ਹੈ, ਉੱਥੇ ਬੱਸ ਤੇ ਕੰਟੇਨਰ ਦੀ ਟੱਕਰ ਹੁੰਦੀ ਹੈ ਜੀ, 8 ਮਰ ਗਏ, 54 ਜ਼ਖਮੀ ਹੈ। ਦੱਸੋ। ਸਮਸਤੀਪੁਰ ਹੈ ਜੀ ਬਿਹਾਰ ਦੇ ਵਿੱਚ, ਐਕਸੀਡੈਂਟ ਹੁੰਦਾ ਹੈ, 2 ਮਰ ਗਏ, 18 ਜ਼ਖਮੀ ਹੈ। ਇਸੇ ਤਰ੍ਹਾਂ ਸਹਾਰਨਪੁਰ ਜੀ ਤੇ ਮੁਜ਼ੱਫਰਪੁਰ ਦੇ ਰਸਤੇ ਦੇ ਵਿੱਚ ਪੰਜਾਬ ਤੋਂ ਜਾ ਰਹੇ ਹੈ, ਬੱਸ ਦੇ ਵਿੱਚ ਬੈਠ ਕੇ ਜਾ ਰਹੇ, ਪੈਦਲ ਜਾ ਰਹੇ। ਸਾਹਮਣੇ ਆ ਗਿਆ ਟੋਲ ਪਲਾਜ਼ਾ ਜੀ, ਉਹਨਾਂ ਦੇ ਕੋਲੇ ਚੌਲ ਵੀ ਹੈ, ਉਹਨਾਂ ਕੋਲ ਪੱਕੀਆਂ ਹੋਈਆਂ ਰੋਟੀਆਂ ਵੀ ਹੈ। ਕਹਿੰਦੇ ਵੀ ਆਪਾਂ ਉਹ ਜਾ ਕੇ ਨਾ ਉੱਥੇ ਰੋਟੀ ਖਾਵਾਂਗੇ ਟੋਲ ਪਲਾਜ਼ੇ 'ਤੇ ਬੈਠ ਕੇ। ਰਾਤ ਦਾ ਮੌਕਾ ਹੈ, ਪਛਾਣ ਤੋਂ ਇੱਕ ਬੱਸ ਆਉਂਦੀ ਹੈ, ਬੱਸ ਦਰੜਨ ਦੀ ਖੜਕਾ ਹੁੰਦਾ ਹੈ। ਬੱਸ ਦੇ ਵਿੱਚ ਇੱਕੋ ਹੀ ਸਵਾਰ ਹੈ। ਅੱਛਾ ਜੀ। ਉਹ ਰੌਲਾ ਪਾਉਂਦਾ, ਕੀ ਹੋ ਗਿਆ? ਡਰਾਈਵਰ ਕਹਿੰਦਾ ਗਊ ਦੀ ਟੱਕਰ ਹੋ ਗਈ। ਡਰਾਈਵਰ ਗੱਡੀ ਭਜਾ ਲੈਂਦਾ, ਅੱਗੇ ਜਾਂਦਾ ਹੈ, ਕੀ ਹੋਇਆ? ਕਹਿੰਦਾ ਪਤਾ ਨਹੀਂ ਕੀ ਹੋ ਗਿਆ, ਕਿ ਗਊ ਆ ਗਈ। ਗੱਲ ਮੀਡੀਆ 'ਚ ਆ ਗਈ ਕਿ ਜੀ ਉੱਥੇ ਮਜ਼ਦੂਰ ਮਰ ਗਏ। ਉਸ ਜਿਹੜਾ ਹੈਗਾ ਬੱਸ ਦਾ ਸਵਾਰ, ਉਹਨੂੰ ਫਿਰ ਪਤਾ ਲੱਗਿਆ ਜੀ ਵੀ ਆਹ ਕਹਾਣੀ ਕਿ ਉੱਥੇ ਜਿਹਨੂੰ ਕਹਿੰਦੇ ਸੀ ਗਾਂ ਦੀ ਟੱਕਰ ਹੋ ਗਈ, ਤਾਂ ਬੰਦੇ ਮਰ ਗਏ। ਔਰ ਉਹਨਾਂ ਬੰਦਿਆਂ ਜਿਹੜੇ ਮਰੇ ਹੈ, ਮਰਨ ਵਾਲਿਆਂ ਦੇ ਵਿੱਚ 2 ਬਾਪ ਬੇਟਾ ਹੈ ਜੀ, ਤੇ ਜਿਹੜੇ ਮਰੇ ਹੈ ਜੀ ਉਹ 6 ਹੈ। 16 ਹੋ ਗਏ, ਮੈਂ 10 ਹੀ ਸਮਝੇ, 16 18 ਹੋ ਗਏ। 8 ਤੇ 2 10 ਤੇ 6 16 ਹੋ ਗਏ। 16 ਬੰਦੇ ਮਰ ਗਏ ਜੀ ਇੱਕ ਦਿਨ ਦੇ ਵਿੱਚ। ਔਰ ਜਿਹੜਾ ਦਰਦਨਾਕ ਮੰਜ਼ਰ ਹੈ ਜੀ, ਕਿ ਲਾਸ਼ਾਂ ਵੀ ਸੜਕ ਦੇ ਉੱਤੇ ਵਿਛੀਆਂ ਪਈਆਂ, ਰੋਟੀਆਂ ਵੀ ਵਿਛੀਆਂ ਪਈਆਂ, ਉਹ ਵੀ ਡਿੱਗੀਆਂ ਪਈਆਂ, ਚੌਲ ਵੀ ਡਿੱਗੇ ਪਏ। ਜਿਸ ਰੋਟੀ ਦੀ ਖਾਤਰ ਬੰਦਾ ਢਿੱਡ ਪੇਟ ਬਣ ਕੇ ਇੱਥੋਂ ਤੱਕ ਆਉਂਦਾ ਹੈ, ਤੇ ਸਰਕਾਰਾਂ ਕਰਦੀਆਂ ਕੀ ਹੈ? ਕੱਲੇ ਭਾਸ਼ਣ ਪ੍ਰੈਸ ਕਾਨਫਰੰਸ ਤੋਂ ਡੇਲੀ ਆਉਂਦੀ ਹੈ। ਹੁਣ ਮਰ ਗਏ ਤਾਂ 2-2 ਲੱਖ ਰੁਪਇਆ ਐਲਾਨ ਕਰਤਾ, ਜਿਉਂਦੇ ਨੂੰ ਨਹੀਂ ਦੇਣਾ। ਇੱਥੇ ਤਾਂ ਮੌਤਾਂ ਦੀ ਜਿਹੜੀ ਹੈ ਸੌਦੇਬਾਜ਼ੀ ਮੌਤਾਂ ਦੀ ਆ ਵੀ 2 ਲੱਖ ਦੇਤਾ। ਨਹੀਂ, ਉਹ 2 ਲੱਖ ਦੇਤਾ। ਜੇ ਉਹਦੀ ਥਾਂ ਤੇ 20,000 ਦਿੱਤਾ ਹੁੰਦਾ, ਘਰੇ ਤਾਂ ਪਹੁੰਚ ਜਾਂਦਾ। ਨਹੀਂ 2 ਲੱਖ ਦੇਤਾ। 2 ਲੱਖ ਕਿਉਂ ਦਿੱਤਾ ਹੈ? ਕਿ ਜਦੋਂ 2 ਲੱਖ ਦੇਵਾਂਗੇ, ਫੋਟੋ ਵੀ ਖਿਚਾਵਾਂਗੇ, ਅਫਸਰ ਵੀ ਜਾਊਗਾ, ਫਿਰ ਇਹ ਦੱਸੂਗਾ ਵੀ ਅਫਸਰ ਨਾਲ ਪਾਰਟੀ ਦੇ ਬੰਦੇ ਵੀ ਜਾਣਗੇ ਕਿ ਜੀ ਇਹ ਤਾਂ ਮੋਦੀ ਸਾਹਿਬ ਨੇ ਭੇਜੇ, ਦੱਸਣਗੇ ਇਹ ਨਤੀਸ਼ ਕੁਮਾਰ ਨੇ ਭੇਜੇ, ਇਹ ਕੈਪਟਨ ਸਾਹਿਬ ਨੇ ਭੇਜੇ, ਇਹ ਫਲਾਣੇ ਨੇ ਭੇਜੇ। ਇਹਦਾ ਮਤਲਬ ਕੀ ਹੈ? ਕਿ ਰੋਟੀਆਂ ਵੋਟਾਂ ਦੀ ਸਿਆਸਤ, ਲਾਸ਼ਾਂ ਦੇ ਉੱਤੇ ਰੋਟੀਆਂ, ਤੁਸੀਂ ਵੋਟਾਂ ਪਾਉਂਦੇ ਆ, ਇਹ ਸਿਵਿਆਂ ਤੇ ਚਿਖਾ ਤੇ। ਬਿਲਕੁਲ। ਕੀ ਕਹੋਗੇ ਢਿੱਲੋਂ ਸਾਹਿਬ ਦੇ ਹਾਲਾਤਾਂ ਤੇ ਗੱਲ ਮਨੁੱਖਤਾ ਦੀ ਹੋ ਰਹੀ ਹੈ, ਮਨੁੱਖਤਾ ਦਾ ਘਾਣ ਹੋ ਰਿਹਾ, ਇੱਧਰ ਮਨੁੱਖਤਾ ਸ਼ਰਮਸਾਰ ਵੀ ਹੋਈ ਜਾਂਦੀ ਹੈ। ਬਹੁਤ ਸ਼ਰਮਸਾਰ। ਅਸਲ ਦੇ ਵਿੱਚ ਅੱਜ ਸਾਡੀ ਬਦਕਿਸਮਤੀ ਹੈ ਵੀ ਖਬਰ ਸਾਡੇ ਕੋਲ ਕੋਈ ਪੋਜ਼ਿਟਿਵ ਹੀ ਨਹੀਂ। ਅੱਜ ਸਾਡੇ ਸਾਰੇ ਪਾਸੇ ਜਿਹੜੀ ਹੈਗੀ ਹੈ ਉਹ ਨੈਗੇਟਿਵ ਨਹੀਂ ਕ੍ਰੀਏਟ ਨਹੀਂ ਕਰ ਰਹੇ। ਸਾਡੇ ਸਾਹਮਣੇ ਪੋਜ਼ਿਟਿਵ ਹੈ ਹੀ ਕੁਛ ਨਹੀਂ। ਅਸੀਂ ਸਰੋਤਿਆਂ ਨੂੰ ਪਰੋਸੀਏ ਕੀ? ਜੋ ਕੁਛ ਹੈ ਤਬਾਹੀ ਹੈ। ਸਾਡਾ ਨਿਗਾਰ ਇੰਨਾ ਹੋ ਗਿਆ, ਸਾਡਾ ਅਸੀਂ ਹਿਊਮਨਿਟੀ ਇੰਨੀ ਥੱਲੇ ਚਲੀ ਗਈ ਹੈ ਜੀ, ਉਹਦਾ ਹੁਣ ਕਰੀਏ ਕੀ? ਇਹ ਖਬਰ ਵੀ ਜਿਹੜੀ ਹੈਗੀ ਹੈ, ਇਹ ਵੀ ਬਹੁਤ ਦਰਦਨਾਕ ਹੈ ਜੀ। ਮਨੁੱਖਤਾ ਸ਼ਰਮਸਾਰ ਕੀ ਮਨੁੱਖਤਾ ਗਿਰੀ ਹੋਈ ਹੈ। ਖਬਰ ਜੀ ਮੱਧ ਪ੍ਰਦੇਸ਼ ਦੀ ਹੈ, ਮੁਰੈਨਾ ਸ਼ਹਿਰ ਦੀ ਹੈ ਜੀ। 55 ਸਾਲ ਦਾ ਇੱਕ ਟੀਚਰ ਹੈ। ਅੱਛਾ ਜੀ। ਉਹ ਟੀਚਰ ਜਿਹੜਾ ਹੈਗਾ ਧੀ ਤੇ ਬੁਰੀ ਨਿਗਾਹ ਰੱਖਦਾ ਹੈ। ਦੱਸੋ ਦਰ ਫਿੱਟ। ਧੀ ਦੀ ਉਮਰ ਕਿੰਨੀ ਕੁ ਹੈ? 18 ਸਾਲ।
ਅਜੇ ਉਹ ਨਾਬਾਲਗ ਹੈ, ਪੂਰੀ ਨਹੀਂ ਹੋਈ 18 ਸਾਲ। ਗਾਂ ਕਹਿੰਦੇ ਹੁੰਦੇ ਆਪਾਂ ਵੀ ਮਾਂ ਤੇ ਮਮਤਾ, ਜੀ ਮਾਂ ਦੀ ਮਮਤਾ ਜਿਹੜੀ ਉਹਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ। ਪਰ ਇੱਥੇ ਕੀ ਹੋਇਆ ਕਿ ਮਮਤਾ ਵੀ ਸ਼ਰਮਸਾਰ ਹੋ ਗਈ। ਉਹ ਇੱਛਾ ਪ੍ਰਗਟ ਕਰਦਾ ਧੀ ਦੀ ਅਜ਼ਮਤ ਲੁੱਟਣ ਵਾਸਤੇ ਆਪਦੀ ਵਾਈਫ ਕੋਲੇ, ਵਾਈਫ ਨਾਲ ਲੱਗਦੀ ਹੈ, ਸਾਥ ਦਿੰਦੀ ਹੈ। ਧੀ ਦੀ ਇੱਜ਼ਤ ਜਿਹੜੀ ਹੈਗੀ ਹੈ, ਆਬਰੂ ਦੇ ਨਾਲ ਖਿਲਵਾੜ ਕਰਨ 'ਚ ਮਾਂ ਆਪਣੇ ਪਤੀ ਦੇ ਨਾਲ ਲੱਗਦੀ ਹੈ। ਹੁੰਦਾ ਕੀ ਹੈ, ਕੁੜੀ ਦੀਆਂ ਲੱਤਾਂ ਬਾਹਾਂ ਬੰਨ੍ਹ ਕੇ ਉਹਨੂੰ ਰੇਪ ਕਰਦਾ ਹੈ। ਇਹ ਰੇਪ ਪਹਿਲੀ ਵਾਰ ਹੁੰਦਾ ਹੈ। ਕਦੋਂ ਹੁੰਦਾ ਪਹਿਲੀ ਵਾਰ? 26 ਮਾਰਚ ਨੂੰ, ਇਸੇ ਮਹੀਨੇ 'ਚ, ਲਾਕਡਾਊਨ 'ਚ। ਦਰਿੰਦਾ ਫੇਰ ਨਹੀਂ ਹਟਦਾ। ਨਾਲ ਜਿਹੜੀ ਡੈਨ ਕਹੂੰਗਾ ਮੈਂ ਤੁਹਾਨੂੰ ਮਾਂ ਨੂੰ, ਉਹ ਡੈਨ ਵੀ ਨਾਲ ਲੱਗਦੀ ਹੈ। ਦੂਜਾ ਹੁੰਦਾ ਜੀ ਫਿਰ 10 ਅਪ੍ਰੈਲ ਨੂੰ, 2 ਵਾਰੀ ਉਸ ਕੁੜੀ ਨੂੰ ਬਣਾਉਂਦੇ। ਕੁੜੀ ਰੋ ਰਹੀ ਹੈ, ਕੁਰਲਾ ਰਹੀ ਹੈ, ਕਰਾਂ ਕੀ? ਵੱਡੀ ਭੈਣ ਮੈਰਿਡ ਹੈ। ਉਹ ਵੱਡੀ ਭੈਣ ਨੂੰ ਸੂਚਿਤ ਕਰਦੀ ਹੈ ਵੀ ਭੈਣੇ ਆਹ ਕੁਛ ਹੋ ਰਿਹਾ ਮੇਰੇ ਨਾਲ ਘਰ ਦੇ ਵਿੱਚ, ਚਲੋ ਭਲਾ ਹੋਵੇ ਉਸ ਕੁੜੀ ਦਾ। ਉਸ ਕੁੜੀ ਨੇ ਚਾਈਲਡ ਹੈਲਪਲਾਈਨ ਦੇ ਉੱਤੇ ਕੰਪਲੇਂਟ ਦਰਜ ਕਰਾਤੀ ਕਿ ਸਾਡੇ ਘਰ ਦੇ ਵਿੱਚ ਆਹ ਕੁਛ ਵਾਪਰੀ ਜਾਂਦਾ, ਆਹ ਘਰ ਐਡਰੈਸ ਵਗੈਰਾ ਭੇਜਤਾ। ਚਾਈਲਡ ਹੈਲਪਲਾਈਨ ਦੀ ਟੀਮ ਫਿਰ ਉੱਥੇ ਜਾਂਦੀ ਹੈ ਜੀ, ਔਰ ਟੀਮ ਵਰਚੁਅਲੀ ਉਸ ਕੁੜੀ ਨੂੰ ਕੈਦਖਾਨੇ 'ਚ ਰਿਹਾ ਕਰਾਉਂਦੀ। ਮੇਰਾ ਬਾਪ ਦੇ ਘਰੇ, ਮਾਂ ਬਾਪ ਦੇ ਘਰੇ ਹੀ ਕੈਦ ਲਾਕਡਾਊਨ ਦੇ ਵਿੱਚ ਹੀ ਉਹ ਕੈਦ ਉਹਨੂੰ ਸੁਰੱਖਿਅਤ ਥਾਂ ਤੇ ਲੈ ਕੇ ਆਉਂਦੀ ਹੈ। ਫਿਰ ਜਿਹੜੀ ਹੈ ਚਾਈਲਡ ਹੈਲਪਲਾਈਨ ਵਾਲੇ ਉਹ ਪੁਲਿਸ ਨੂੰ ਇਨਫੋਰਮ ਕਰਦੇ ਜੀ। ਪੁਲਿਸ ਆਉਂਦੀ ਹੈ, ਪੁਲਿਸ ਆ ਕੇ ਫਿਰ ਉਹਦੀ ਸਟੇਟਮੈਂਟ ਕੁੜੀ ਦੀ ਰਿਕਾਰਡ ਕਰਦੀ ਹੈ, ਔਰ ਸਟੇਟਮੈਂਟ ਰਿਕਾਰਡ ਕਰਨ ਤੋਂ ਬਾਅਦ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕਰਦੀ ਹੈ ਜੀ। ਔਰ ਦੋਨਾਂ ਤੀਵੀਂ ਆਦਮੀ ਨੂੰ ਧੀ ਦੀ ਇੱਜ਼ਤ ਲੁੱਟਣ ਦੇ ਲਟਵਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਂਦਾ। ਹੁਣ ਇਹਨੂੰ ਦੱਸੋ ਕਹਾਂਗੇ ਕੀ? ਅਸੀਂ ਸਰਕਾਰਾਂ ਨੂੰ ਰੋਨੇ ਹਾਂ, ਅਸੀਂ ਸਿਸਟਮ ਨੂੰ ਰੋਨੇ ਹਾਂ। ਆਹ ਸ਼ਰਮਸਾਰ ਇੱਥੇ ਮਨੁੱਖਤਾ ਰੋ ਰਹੀ ਹੈ। ਇਹਨੂੰ ਇਹ ਅਸਲ 'ਚ ਨਿਘਾਰ ਕਿਉਂ ਆ ਗਿਆ? ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਇਹ ਬੁੱਧੀਜੀਵੀਆਂ ਦੀ ਧਰਤੀ ਹੈ। ਧਰਤੀ ਤਾਂ ਇੱਥੇ ਰਿਸ਼ੀ ਮੁਨੀ ਹੋਏ ਸੀ ਜੀ। ਇਹ ਰਿਸ਼ੀਆਂ ਮੁਨੀਆਂ ਦੀ ਧਰਤੀ ਤੇ ਹੋ ਕੀ ਗਏ? ਅਸੀਂ ਜਾ ਕਿੱਧਰ ਨੂੰ ਰਹੇ ਹਾਂ? ਸਮਝੋ ਬਾਹਰ ਹੈ ਜੀ। ਇਹ ਸੈਕਟਰੀ ਜਾਂ ਕੀ ਕਹਿ ਸਕਦੇ ਆ ਬੰਦੇ, ਪਤਾ ਨਹੀਂ ਕਿਹੋ ਜਿਹੇ ਹਾਲਾਤਾਂ ਦੇ, ਕਿਹੜੇ ਮਿੱਟੀ ਦੇ ਬਣੇ ਆ। ਚਲੋ, ਤੇ ਸਮਿਤ ਸਿੰਘ ਸੈਣੀ ਦਾ ਕੀ ਬਣਿਆ ਜੀ? ਦੇਖੋ, ਸਮਿਤ ਸਿੰਘ ਸੈਣੀ ਨੂੰ ਜ਼ਮਾਨਤ ਮਿਲ ਗਈ ਸੀ ਜੀ। ਜ਼ਮਾਨਤ ਮਿਲੀ ਸੀ ਮੋਹਾਲੀ ਦੀ ਸੈਸ਼ਨ ਕੋਰਟ 'ਚੋਂ ਜੀ। ਉਹ ਆਪਾਂ ਪਹਿਲਾਂ ਦੱਸ ਹੀ ਦਿੱਤਾ ਸੀ ਕਿ ਮਿਲੀ ਕਿਉਂ। ਕਿਉਂਕਿ ਇੱਕ ਚੈਨਲ ਆ ਪ੍ਰਾਈਵੇਟ ਜੀ, ਉਸ ਪ੍ਰਾਈਵੇਟ ਚੈਨਲ ਨੇ ਰੰਗ ਲਾਏ ਸੀ ਤੇ ਉਹਦਾ ਬੈਨੀਫਿਟ ਮਿਲ ਗਿਆ। ਲੇਕਿਨ ਜਿਸ ਵੇਲੇ ਸਮਿਤ ਸਿੰਘ ਸੈਣੀ ਨੂੰ ਬੇਲ ਦਿੱਤੀ ਗਈ ਹੈ ਜੀ, ਉਸ ਵੇਲੇ ਜੱਜ ਸਾਹਿਬਾਂ ਨੇ ਕੁਝ ਸ਼ਰਤਾਂ ਲਾਈਆਂ ਸੀ ਜੀ। ਇੱਕ ਸ਼ਰਤ ਤਾਂ ਪਹਿਲੀ ਉਹਨਾਂ ਨੇ ਇਹ ਲਾਈ ਸੀ ਕਿ ਤੁਹਾਨੂੰ ਇਨਵੈਸਟੀਗੇਸ਼ਨ ਜੁਆਇਨ ਕਰਨੀ ਪੈਣੀ ਹੈ। ਅੱਛਾ ਜੀ। ਇਨਵੈਸਟੀਗੇਸ਼ਨ ਜੁਆਇਨ ਕਰਨ ਵੇਲੇ ਤੁਹਾਨੂੰ 50,000 ਰੁਪਏ ਦਾ ਜਾਤੀ ਮੁਚਲਕਾ ਤੇ ਇੱਕ ਹੋਰ ਮੁਚਲਕਾ ਦੇਣਾ ਪੈਣਾ ਜੀ। ਤੁਹਾਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਾਉਣਾ ਪੈਣਾ। ਉਹਨਾਂ ਵਾਸਤੇ ਕੰਡੀਸ਼ਨ ਇਹ ਲਾਈ ਸੀ ਕਿ ਤੁਸੀਂ ਜੀ ਅਦਾਲਤ ਦੀ ਇਜਾਜ਼ਤ ਤੋਂ ਬਗੈਰ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ। ਅੱਛਾ ਜੀ। ਅਗਲੀ ਕੰਡੀਸ਼ਨ ਇਹ ਸੀ ਕਿ ਜਿੰਨੀ ਦੇਰ ਤੱਕ ਲਾਕਡਾਊਨ ਰਹੂਗਾ ਉਨੀ ਦੇਰ ਤੱਕ ਤੁਸੀਂ ਆਪਣੇ ਘਰੋਂ ਬਾਹਰ ਨਹੀਂ ਜਾ ਸਕਦੇ। ਅੱਛਾ ਜੀ। ਜੋ ਮੋਹਾਲੀ, ਚੰਡੀਗੜ੍ਹ, ਜਿੱਥੇ ਵੀ ਉਹਨਾਂ ਦਾ ਘਰ ਹੈ, ਉੱਥੇ ਹੀ ਰਹਿਣਾ ਪੈਣਾ। ਇਹਦੇ ਵਾਸਤੇ ਇਹ ਛੋਟ ਦੇਤੀ ਸੀ ਕਿ ਅਗਰ ਤੁਹਾਨੂੰ ਇਨਵੈਸਟੀਗੇਸ਼ਨ ਟੀਮ ਜਾਂ IO ਉਹ ਸਮਨ ਕਰਦਾ ਤਾਂ ਫਿਰ ਤੁਹਾਨੂੰ ਜਾਣਾ ਪੈਣਾ। ਪਤਾ ਨਹੀਂ ਲੱਗਿਆ ਬਹੁਤੀ ਅਖਬਾਰਾਂ ਦੇ ਵਿੱਚ ਖਬਰ ਪਤਾ ਨਹੀਂ ਆਇਆ, ਇੱਕ ਦਿਨ ਲੇਟ ਹੀ ਪਤਾ ਲੱਗਿਆ। ਹਾਂ, ਲੇਟ ਹੀ ਪਤਾ ਲੱਗਿਆ ਕਿਉਂਕਿ ਪਹਿਲੇ ਦਿਨ ਤਾਂ ਜੱਜਮੈਂਟ ਲਿਖੀ ਨਹੀਂ ਸੀ, ਅਗਲੇ ਦਿਨ ਜੱਜਮੈਂਟ ਮਿਲੀ। ਉਸੇ ਜੱਜਮੈਂਟ ਦੇ ਵਿੱਚ ਜਿਹੜਾ ਆਪਾਂ ਜ਼ਿਕਰ ਕੀਤਾ ਸੀਗਾ ਵੀ ਉਹ ਚੰਦ ਚਾੜੇ ਆ ਪ੍ਰਾਈਵੇਟ ਚੈਨਲ ਨੇ, ਉਹ ਵੀ ਉਸੇ 'ਚ ਹੀ ਪਤਾ ਲੱਗਿਆ। ਹੁਣ ਉਹਦੇ 'ਚ ਕੀ ਹੋਇਆ ਵੀ ਜਦੋਂ ਇਹ ਸਾਰਾ ਕੁਛ ਕਰਤਾ ਤੇ ਜਾਣਾ ਹੀ ਪੈਣਾ ਸੀ। ਉਹਨਾਂ ਨੇ ਜਾ ਕੇ ਆਪਣਾ ਮੁਚਲਕਾ ਦੇਤਾ, ਸਾਰਾ ਕੁਛ ਕਰਕੇ ਵਾਪਸ ਆ ਗਏ। ਹੁਣ ਅਗਲੀ ਗੱਲ ਸ਼ੁਰੂ ਹੋ ਗਈ ਜੀ। ਪੁਲਿਸ ਨੇ ਕਿਸੇ ਇੱਕ ਬੰਦੇ ਨੂੰ ਇਨਵੈਸਟੀਗੇਸ਼ਨ ਦੀ ਜ਼ਿੰਮੇਵਾਰੀ ਨਹੀਂ ਸੋਚੀ ਵੀ ਤਫਤੀਸ਼ ਕਿਸੇ ਇੱਕ ਬੰਦੇ ਨੂੰ ਨਾਤੀ ਜਾਵੇ। ਇੱਕ SIT ਬਣਾਤੀ ਜੀ। SIT ਦਾ ਮੁਖੀ ਕੌਣ ਹੈ ਜੀ?
ਇੱਕ ਐਸਪੀ, ਨਾਲ ਉਹਦੇ 2 ਡੀਐਸਪੀ, ਇੱਕ ਜਿਹੜਾ ਹੈਗਾ ਐਸਐਚਓ ਮਟੌਰ ਦਾ, 4 ਬੰਦਿਆਂ ਨੂੰ ਰਾਤੇ ਉਹਨਾਂ ਨੇ ਕਿਹਾ ਤੁਸੀਂ ਆ ਗਏ, ਆਓ ਤੁਸੀਂ ਆਪਣਾ ਮੁਚਲਕਾ ਦਿਓ, ਸ਼ਾਮਲ ਤਫਤੀਸ਼ ਹੋਵੋ, ਪਾਸਪੋਰਟ ਫੜਾਓ, ਤੇ ਪਾਸਪੋਰਟ ਵੀ ਫੜਾਤਾ। ਉਹਨਾਂ ਨੇ ਕਿਹਾ ਜਦੋਂ ਹੁਣ ਲੋੜ ਪਈ ਤੁਹਾਨੂੰ ਬੁਲਾਵਾਂਗੇ। ਹੁਣ ਅਗਲੀ ਗੱਲ ਹੈ ਕਿ ਹੁਣ ਉਹਨਾਂ ਨੇ ਜਿਹੜੀ ਅਸਲ ਤਫਤੀਸ਼ ਹੁਣ ਸ਼ੁਰੂ ਹੋਣੀ ਹੈ ਜੀ। ਇਹ 2 ਚੀਜ਼ਾਂ ਹੁੰਦੀਆਂ, ਇੱਕ ਹੁੰਦੀ ਹੈ ਜਾਂਚ, ਜਿਹਨੂੰ ਅਸੀਂ ਕਹਿੰਦੇ ਨੇ ਇਨਕੁਆਇਰੀ, ਉਹ ਤਾਂ ਉਹ ਪੁਲਿਸ ਆਪਣੇ ਬਿਹਾਫ ਤੇ ਕਰਦੀ ਹੈ। ਇੱਕ ਹੁੰਦੀ ਹੈ ਤਫਤੀਸ਼। ਤਫਤੀਸ਼ ਹੈ ਕਿ ਜਿਹੜਾ FIR ਦਰਜ ਹੋ ਗਈ ਉਹਦੀ ਅਸਲੀਅਤ ਕੀ ਹੈ। ਜੇ ਇਲਜ਼ਾਮ ਲੱਗੇ FIR ਦੇ ਵਿੱਚ ਵੀ ਆਹ ਕੁਛ ਹੋਇਆ ਸੀ, ਇਹਦੇ ਪਿੱਛੇ ਐਵੀਡੈਂਸ ਕੀ ਹੈ, ਉਹ ਐਵੀਡੈਂਸ ਇਕੱਠੀ ਕਰਨੀ ਹੈ। ਜਿਸ ਬੰਦੇ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਉਹਨੂੰ ਪੁੱਛਣਾ ਕਿ ਤੇਰੇ ਖਿਲਾਫ ਐਵੀਡੈਂਸ ਆ, ਤੂੰ ਦੱਸ ਕੀ ਹੈ। ਉਹ ਸਾਰੀ ਦੀ ਸਾਰੀ ਜਿਹੜੀ ਹੈਗੀ ਹੈ, ਜੇ ਪਤਾ ਨਹੀਂ ਇਹਦੇ 'ਚ ਹੁੰਦਾ ਕੀ ਹੈ। ਆਮ ਤੌਰ 'ਤੇ ਆਪਾਂ ਨੂੰ ਪਤਾ ਵੀ ਤਫਤੀਸ਼ ਦੇ ਨਾਂ 'ਤੇ ਬੜਾ ਕੁਛ ਹੁੰਦਾ। ਮਿੱਤਰ ਸੈਨ ਮੀਤ ਦੀ ਇੱਕ ਕਿਤਾਬ ਹੈ, ਨਾਵਲ ਹੈ, ਜਿਹਦਾ ਨਾਂ ਹੀ ਤਫਤੀਸ਼ ਹੈ, ਕਿ ਤਫਤੀਸ਼ ਦੇ ਰਾਹੀਂ ਕੀ ਕੁਛ ਕੀਤਾ ਜਾਂਦਾ, ਵੀ ਪੁਲਿਸ ਤਫਤੀਸ਼ ਕਰਦੀ ਹੈ। ਉੱਥੇ ਬੇਗੁਨਾਹ ਨੂੰ ਗੁਨਾਹਗਾਰ ਤੇ ਗੁਨਾਹਗਾਰ ਨੂੰ ਭਲਾ ਮਾਨਸ ਬਣਾ ਕੇ ਉਹਨੂੰ ਤੋੜ ਦਿੰਦੇ ਆ ਘਰ ਨੂੰ। ਲੇਕਿਨ ਇਹ ਹੁਣ ਤਫਤੀਸ਼ ਕਿਹੜੇ ਪਾਸੇ ਨੂੰ ਜਾਂਦੀ ਹੈ। ਇਸ ਤਫਤੀਸ਼ ਦੇ ਵਿੱਚ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸੀ, ਕਈ ਨਵੀਆਂ ਚੀਜ਼ਾਂ ਆ ਗਈਆਂ ਜੀ। ਜਿਵੇਂ ਗੁਰਸ਼ਰਨ ਕੌਰ ਮਾਨ ਹਾਈ ਕੋਰਟ ਦੀ ਵਕੀਲ ਹੈ, ਉਹ ਆ ਗਈ, ਉਹਨੇ ਆਪਣਾ ਬਿਆਨ ਰਿਕਾਰਡ ਕਰਾਉਣਾ ਹੈ। ਉਹਦਾ ਹਸਬੈਂਡ ਜਿਹੜਾ ਦੇਸ਼ ਤੋਂ ਬਾਹਰ, ਉਹਨੇ ਕਿਹਾ ਸੀਗਾ ਕਿ USA ਚਲਾ ਗਿਆ ਜੀ। ਇਹਦਾ ਮਤਲਬ ਹੈ ਵੀ ਫਿਰ ਉਹ ਵੀ ਆ ਸਕਦਾ। ਹੁਣ ਉਹਦੇ ਵਿੱਚ ਕੁਝ ਹੋਰ ਵੀ ਖੜੇ ਹੋ ਗਏ। ਕਹਿੰਦੇ ਆ ਕਿ ਜਿਹੜੇ ਹੋਰ ਲੋਕ ਉਸ ਸਮੇਂ ਦੇ ਵਿੱਚ ਰਾਉਂਡ ਅਪ ਕੀਤੇ ਸੀ, ਉੱਥੇ ਥਾਣੇ ਜਿਹੜੇ ਥਾਣੇ 'ਚ ਬੈਠੇ ਸੀ, ਉਹ ਕਈ ਸਾਰੇ ਬੋਲਣੇ ਸ਼ੁਰੂ ਹੋ ਗਏ। ਦਿਆਲਪੁਰਾ ਆਪਣਾ ਹੈਗਾ ਭਾਈਕਾ, ਇੱਥੇ ਪਿੰਡ ਦਿਆਲਪੁਰੇ ਦੇ ਵਿੱਚ ਇੱਕ ਹੋਰ ਪਿੰਡ ਦਿਆਲਪੁਰਾ ਝੁੱਗੀਆਂ, ਹਾਂਜੀ, ਬਾਰ-ਬਾਰ ਬਸੀਆਂ ਟਿੱਬੇ। ਉਹ ਦਵਿੰਦਰਪਾਲ ਦਾ ਪਿੰਡ ਹੈ, ਪ੍ਰੋਫੈਸਰ ਦਵਿੰਦਰਪਾਲ ਦਾ। ਹੁਣ ਕਹਿੰਦੇ ਵੀ ਪ੍ਰੋਫੈਸਰ ਦਵਿੰਦਰਪਾਲ ਦਾ ਇੱਕ ਕਜ਼ਨ ਹੈ, ਉਹ ਵੀ ਕਹਿੰਦੇ ਆ ਵੀ ਉਹ ਕਹਿੰਦਾ ਮੈਨੂੰ ਵੀ ਟੌਰਚਰ ਕੀਤਾ ਜੀ ਚੰਡੀਗੜ੍ਹ ਪੁਲਿਸ ਨੇ, ਤੇ ਇਹ ਕਿੱਥੇ ਕਿੱਥੇ ਮੈਨੂੰ ਲੈ ਕੇ ਗਏ, ਸਾਰੀਆਂ ਚੀਜ਼ਾਂ ਬੋਲਿਆ। ਹੁਣ ਉਹ ਵੀ ਉਹ ਕਹਿੰਦਾ ਵੀ ਮੈਂ ਵੀ ਆਪਦਾ ਸਾਰਾ ਕੁਛ ਕਰਾਉਣਾ। ਇਹ ਹੁਣ ਜਿਹੜੀ SIT ਬਣੀ ਹੈ ਜੀ, ਅਸਲ ਦੇ ਵਿੱਚ ਤਫਤੀਸ਼ ਇੱਥੋਂ ਸ਼ੁਰੂ ਹੋਣੀ ਹੈ। ਹੁਣ ਪਹਿਲੇ ਦੌਰ ਦੇ ਵਿੱਚ ਜਾ ਕੇ ਸੈਣੀ ਸਾਹਿਬ ਨੇ ਆਪਣੇ ਆਪ ਨੂੰ ਅਦਾਲਤ ਦੇ ਹੁਕਮ ਮੁਤਾਬਕ ਸਰੈਂਡਰ ਕੀਤਾ ਹੈ। ਪਰ ਇੱਕ ਸਾਰਾ ਕੁਛ ਜੇ ਆਪਾਂ ਕਹਿ ਦਈਏ ਵੀ ਐਂ ਚੱਲਦਾ ਰਹੂ, ਇਹ ਜ਼ਰੂਰੀ ਨਹੀਂ ਜੀ। ਇਹ FIR ਹੋ ਗਈ। ਹੁਣ FIR ਜਾਇਜ਼ ਹੋਈ ਹੈ ਨਜਾਇਜ਼ ਹੋਈ ਹੈ, ਇਹਨੂੰ ਸੈਣੀ ਹੋਰਾਂ ਨੇ ਆਪਣੀ ਨਿਗਾਹ ਨਾਲ ਦੇਖਣੇ। ਔਰ ਜਿਵੇਂ ਕਿ ਇਹ FIR ਪਹਿਲਾਂ ਅਜਿਹੀ FIR ਪਹਿਲਾਂ ਜਿਹੜੀ ਹਾਈ ਕੋਰਟ ਦੇ ਹੁਕਮ ਤੇ ਦਰਜ ਕੀਤੀ ਸੀ CBI ਨੇ, ਉਹਨੂੰ ਸੁਪਰੀਮ ਕੋਰਟ ਨੇ ਰੱਦ ਕਰਤਾ ਸੀ। ਸੁਪਰੀਮ ਕੋਰਟ ਦੇ ਰੱਦ ਕਰਨ ਤੋਂ ਬਾਅਦ ਹੁਣ ਦੁਬਾਰਾ ਵੀ ਹਾਈ ਕੋਰਟ ਜਾ ਸਕਦੇ ਜੀ, ਸੁਪਰੀਮ ਕੋਰਟ ਵੀ ਜਾ ਸਕਦੇ। ਕੀ ਸੁਪਰੀਮ ਕੋਰਟ ਇਹਨੂੰ ਉਹ ਪੁਰਾਣੀ ਜਿਹੜੀ ਹੈਗੀ ਹੈ ਲਾਈਨ ਉਹਦੇ ਮੁਤਾਬਕ ਲਊਗੀ, ਜਾਂ ਕਿਉਂਕਿ ਸੁਪਰੀਮ ਕੋਰਟ ਨੇ ਉਹ 'ਚ ਆਪਸ਼ਨ ਰੱਖਤੀ ਸੀ ਪਰਿਵਾਰ ਵਾਸਤੇ ਕਿ ਤੁਸੀਂ ਚਾਰਾਜੋਈ ਕਰ ਸਕਦੇ ਉਸ ਲਿਹਾਜ਼ ਨਾਲ। ਇਹ ਹੁਣ ਦੇਖਣ ਵਾਲੀ ਗੱਲ ਇਹ ਹੈ, ਕਿਉਂਕਿ ਉਹ ਪੁੱਛਿਆ ਸੀ ਨਾ, ਕਹਿੰਦਾ ਲੜ ਗਿਆ ਤੇਰਾ ਰੰਗ ਕਿਹੜਾ ਉਗੜਦਾ, ਉਹਦਾ ਕੋਈ ਰੰਗਾਲਾ ਉਗੜੂਗਾ ਦਾ ਬੈਂਗ ਨਹੀਂ। ਇਹ ਹੁਣ ਬੈਂਗ ਨਹੀਂ ਉਗੜਦਾ ਕਿ ਨਹੀਂ ਉਗੜਦਾ, ਇਹ ਗੱਲ ਇਸ ਗੱਲ ਤੇ ਨਿਰਭਰ ਹੈ ਕਿ ਸਬੂਤ ਕਿਹੋ ਜਿਹੇ ਮਿਲਦੇ ਜੀ। ਚਲੋ ਦੇਖੋ ਹੁਣ ਕੀ ਬਣਦਾ, ਕਿਹੜੀ ਬੈਂਗ ਨਹੀਂ। ਪਹਿਲੀ ਗੱਲ ਤਾਂ ਇਹ ਜ਼ਰੂਰਤ ਹੈ ਵੀ ਉਹਨਾਂ ਅਫਸਰਾਂ ਦੇ ਵਿੱਚ ਤਫਤੀਸ਼ ਕਰਨਗੇ ਕਿ ਸੈਣੀ ਸਾਹਿਬ ਕਸ਼ ਲਾ ਕੇ ਮੁੜ ਜਾਣਗੇ, ਇਹ ਵੀ ਆਪਣੇ ਆਪ 'ਚ ਹੈ। ਸੋ ਇੱਕ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ, ਜੁੜੇ ਰਹੋ ਰੇਡੀਓ ਪੰਜਾਬ।